ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ, ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਕੱਲ੍ਹ ਦੇ ਦੀਵਾਨਾਂ ਵਿੱਚ ਆਪ ਸਭ ਨੇ ਸਰਵਣ ਕੀਤਾ। ਦਲ ਭੰਜਨ ਵੱਡੇ ਯੋਧੇ ਪਰਉਪਕਾਰੀ ਛਠਮ ਪੀਰ ਅੰਤਰਜਾਮੀ ਬਾਲਾ ਭੋਲਾ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਦੇ ਆਨੰਦ ਪਿਆਰੇ ਗੁਰਸਿੱਖ ਗੁਰੂ ਕਾ ਸੀਨਾ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਸਤਿਗੁਰਾਂ ਦੀ ਕਿਰਪਾ ਆਸ਼ੀਰਵਾਦ ਪ੍ਰਾਪਤ ਕਰਕੇ ਹਿੰਦੁਸਤਾਨ ਦੇ ਮੰਗੋਲ ਬਾਦਸ਼ਾਹ ਸ਼ਾਹਜਹਾਨ ਦੇ ਸ਼ਾਹੀ ਕਿਲੇ ਲਾਹੌਰ ਦੇ ਕਿਲੇ ਵਿੱਚ ਰਹਿ ਰਹੇ ਹਨ। ਇੱਕ ਕਸੇਰੇ ਦਾ ਰੂਪ ਧਾਰਨ ਕਰਕੇ ਭੇਸ ਵਟਾ ਕੇ ਪ੍ਰਯੋਜਨ ਹੈ ਗੁਰੂ ਕੇ ਘੋੜੇ ਬਲਸ਼ਾਲ ਦੇ ਨਾਲ ਲੈ ਕੇ ਆਉਣੇ। ਆਪ ਜੀ ਨੇ ਸਾਰਿਆਂ ਦਾ ਦਿਲ ਜਿੱਤਿਆ ਪਰ ਆਪਣਾ ਦਿਲ ਕਿਸੇ ਨੂੰ ਨਾ ਦਿੱਤਾ। ਆਪ ਜੀ ਦੀ ਤਨਖਾਹ ਉਹਨਾਂ ਜ਼ਮਾਨਿਆਂ ਵਿੱਚ 30 ਰੁਪਈਏ ਹੈ। ਇੱਕ ਦਿਹਾੜੀ 1 ਰੁਪਏ ਆਪ ਜੀ ਨੂੰ ਮਿਲਦਾ ਹੈ। ਹਿੰਦੁਸਤਾਨ ਦਾ ਬਾਦਸ਼ਾਹ ਘੋੜਿਆਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ 1000 ਰੁਪਏ ਆਪ ਜੀ ਨੂੰ ਇਨਾਮ ਦਿੰਦਾ ਹੈ। ਆਪ ਜੀ ਕਿਲੇ ਦੇ ਦਰੋਗੇ ਭਾਵ ਸੁਪਰੀਡੈਂਟ ਦਾ ਦਿਲ ਜਿੱਤਣ ਦੇ ਵਾਸਤੇ ਹੋਰ ਵਿਸ਼ਵਾਸ ਬਣਾਉਣ ਦੇ ਵਾਸਤੇ ਉਹ 1000 ਰੁਪਏ ਔਰ ਬਕਾਇਦਾ 30 ਰੁਪਏ ਤਨਖਾਹ ਦੇ ਉਹਨੂੰ ਦੇ ਦਿੰਦੇ ਨੇ ਕਿ ਆ ਭਾਈ ਤੂੰ ਆਪਣੇ ਕੋਲ ਰੱਖ ਲੈ, ਜਦੋਂ ਮੈਂ ਘਰੇ ਜਾਣਾ ਹੋਵੇਗਾ ਤੇਰੇ ਤੋਂ ਲੈ ਲਵਾਂਗਾ। ਕੁਛ ਕੁ ਪੈਸੇ 10 ਰੁਪਏ ਆਪ ਜੀ ਉਹਦੇ ਤੋਂ ਖਰਚੇ ਵਰਚੇ ਵਾਸਤੇ ਲੈ ਲੈਂਦੇ ਹਨ। ਅਤੇ ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਸੁਣਿਆ ਕਿ ਕਿਲੇ ਦੇ ਜਿਤਨੇ ਵੀ ਪਹਿਰੇਦਾਰ ਅਤੇ ਹੋਰ ਜਿਤਨੇ ਵੀ ਅਹਿਲਕਾਰ ਸਨ ਸੇਵਾਦਾਰ ਸਾਰੇ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੂੰ ਕਹਿਣ ਲੱਗੇ, ਭਾਈ ਜਾਨ ਤੂੰ ਸਾਡੇ ਤੋਂ ਬਾਅਦ ਵਿੱਚ ਆਇਆ ਪਰ ਤੇਰਾ ਮਰਾਤਬਾ ਬੜਾ ਉੱਚਾ ਹੋ ਗਿਆ। ਆਖੇ ਤੂੰ ਸਾਨੂੰ ਕੋਈ ਇਜ਼ਾਫਤ ਨਹੀਂ ਦਿੱਤੀ, ਜਿਹਨੂੰ ਅੱਜ ਕੱਲ੍ਹ ਦੀ ਭਾਸ਼ਾ ਵਿੱਚ ਆਪਾਂ ਭੋਜਨ ਕਹਿ ਲਓ ਪਾਰਟੀ ਕਹਿ ਲਓ, ਇਜ਼ਾਫਤ ਕਿਉਂ ਨਹੀਂ ਦਿੱਤੀ। ਬਾਬਾ ਜੀ ਖੁਸ਼ ਹੋ ਗਏ, ਇਹੋ ਕੁਝ ਭਾਲਦੇ ਸਨ। ਪ੍ਰਸੰਨ ਹੋ ਕੇ ਕਹਿਣ ਲੱਗੇ, ਕਿਉਂ ਨਹੀਂ ਭਾਈਓ, ਮੈਂ ਤੁਹਾਡੇ ਨਾਲ ਹਾਂ, ਆਖੇ ਜੋ ਚਾਹੀਦਾ ਦੱਸੋ। ਇੱਕ ਥੋੜ੍ਹੀ ਜਿਹੀ ਅਣਬਣ ਗੱਲ ਹੈ ਕਿ ਆਪਾਂ ਇਕੱਠੇ ਬਹਿ ਕੇ ਰੋਟੀ ਨਹੀਂ ਖਾ ਸਕਦੇ। ਇੱਕ ਜਗ੍ਹਾ 'ਤੇ ਬਹਿ ਕੇ ਦਸਤਖਾਨ 'ਤੇ ਬਹਿ ਕੇ ਅਸੀਂ ਰੋਟੀ ਨਹੀਂ ਖਾ ਸਕਦੇ ਗੇ, ਕਿਉਂਕਿ ਮੇਰਾ ਹਿੰਦੂ ਘਰ ਦਾ ਜਨਮ, ਹਿੰਦੂ ਘਰ ਦੱਸਿਆ ਸੀ ਆਪ ਜੀ ਨੇ। ਸਿੱਖ ਦੱਸਦੇ ਅਤੇ ਕਿਲੇ ਵਿੱਚ ਪ੍ਰਵੇਸ਼ ਹੀ ਨਹੀਂ ਸਨ ਹੋ ਸਕਦੇ। ਉੱਥੇ ਲੁਪਤੀ ਬਚਨ ਆਪ ਜੀ ਨੇ ਰੱਖਿਆ, ਨੀਤੀ ਦਾ ਬਚਨ ਕਿ ਮੇਰਾ ਹਿੰਦੂ ਘਰਾਣੇ ਦਾ ਜਨਮ ਹੈ, ਤੁਸੀਂ ਮੋਮਿਨ ਹੋ ਤੁਰਕ ਹੋ ਅਤੇ ਆਪਾਂ ਇਕੱਠੇ ਬਹਿ ਕੇ ਇੱਕ ਜਗ੍ਹਾ 'ਤੇ ਰੋਟੀ ਨਹੀਂ ਖਾ ਸਕਦੇ ਹਾਂ। ਸਾਡੀਆਂ ਆਪਣੀਆਂ ਰਵਾਇਤਾਂ ਹਨ, ਕਿਉਂਕਿ ਆਪ ਜੀ ਨੇ ਮਰਜ਼ਾਦਾ ਰੱਖਣੀ ਸੀ। ਕੱਲ੍ਹ ਔਰ ਪਰਸੋਂ ਅਤੇ ਲਗਾਤਾਰ ਆਪ ਜੀ ਸੁਣ ਰਹੇ ਹੋ ਕਿ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਇੱਕ ਦਿਨ ਵੀ ਤੁਰਕਾਂ ਦੇ ਘਰ ਦਾ ਖਾਣਾ ਨਹੀਂ ਖਾਧਾ। ਲਾਹੌਰ ਵਿੱਚ ਇੱਕ ਕਿਰਤੀ ਸਿੱਖ ਸੀ ਰਾਮਗੜੀਆ ਪਰਿਵਾਰ ਵਿੱਚੋਂ, ਤਰਖਾਣ ਪਰਿਵਾਰ ਵਿੱਚੋਂ, ਉਹਦਾ ਨਾਮ ਸੀ ਭਾਈ ਜਿਉਣਾ। ਰਾਤ ਚੋਰੀ ਜਾ ਕੇ ਉਹਦੇ ਘਰ ਵਿੱਚ ਪ੍ਰਸ਼ਾਦਾ ਛਕਿਆ ਕਰਦੇ ਸਨ। ਸੈਟਿੰਗ ਕੀਤੀ ਸੀ, ਉਹ ਪਹਿਲਾਂ ਹੀ ਪ੍ਰਸ਼ਾਦਾ ਤਿਆਰ ਰੱਖਦੇ ਸਨ, ਖਾ ਕੇ ਅਤੇ ਸਵੇਰ ਦਾ ਕੱਛੇ ਮਾਰ ਕੇ ਆਪ ਜੀ ਲੈ ਆਉਂਦੇ ਸਨ। ਤਾਂ ਇਸੇ ਪ੍ਰਕਾਰ ਕਿਹਾ ਕਿ ਪਲਾ ਤੁਹਾਨੂੰ ਦਿਆਂਗਾ। ਇਹ ਸ਼ਰਾਬ ਪੀਆ ਕਰਦੇ ਸਨ, ਇਹਨਾਂ ਦਾ ਸੁਭਾਅ ਸੀ ਤੁਰਕਾਂ ਦਾ। ਅਤੇ ਜੇ ਤੁਸੀਂ ਪੀਂਦੇ ਹੋ, ਤੁਹਾਡਾ ਸੁਭਾਅ ਹੈ
ਤੇ ਕੋਈ ਗੱਲ ਨਹੀਂ, ਤੁਸੀਂ ਪੀ ਲਿਓ। ਭਾਈ ਜਿਉਣਾ ਜੀ ਸਾਹਿਬ ਜੀ ਦੇ ਘਰੇ ਗਏ, ਪ੍ਰਸ਼ਾਦਾ ਪਾਣੀ ਛਕਿਆ, ਨਾਲ ਕੁਝ ਭਾਰ ਚੁੱਕਣ ਵਾਲੇ ਆਪ ਜੀ ਲੈ ਕੇ ਗਏ ਹਨ ਬਜ਼ਾਰੀਏ। ਸੋ ਉਹਨਾਂ ਨੇ 2 ਮਟਕੇ ਸ਼ਰਾਬ ਦੇ, ਇਹਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਕਲਾਲ ਸੀ ਸ਼ਰਾਬ ਕੱਢਣ ਵਾਲਾ, ਉਹਨੂੰ ਕਹਿੰਦੇ ਵੀ ਤੇਰੇ ਕੋਲ ਸ਼ਰਾਬ ਕਿੰਨੇ ਤਰ੍ਹਾਂ ਦੀ ਹੈ। ਸ਼ਰਾਬ ਦੀਆਂ ਵੀ ਕਿਸਮਾਂ ਹੁੰਦੀਆਂ ਨੇ, ਜਿਵੇਂ ਅੱਜ ਕੱਲ੍ਹ ਅੰਗਰੇਜ਼ੀ ਹੈ, ਦੇਸੀ ਦੀਆਂ ਵੀ ਕਈ ਪ੍ਰਕਾਰ ਦੀਆਂ ਕਿਸਮਾਂ ਹੁੰਦੀਆਂ ਸਨ। ਉਹ ਕਹਿੰਦਾ ਵੀ ਸਭ ਤੋਂ ਵਧੀਆ ਜਿਹੜੀ ਕਿਸਮ ਹੈ ਉਹਦੇ 20 ਰੁਪਈਏ ਮੈਂ ਲਵਾਂਗਾ। ਆਪ ਜੀ ਨੇ 5 ਰੁਪਈਏ ਬਕਾਇਦਾ ਹੋਰ ਦਿੱਤੇ, ਤੇ ਉਹ ਹੱਸ ਕੇ ਕਹਿਣ ਲੱਗਾ ਵੀ ਇਹ ਐਸੀ ਹੈ ਜਿਹਨੇ ਘੁੱਟ ਵੀ ਪੀ ਲਈ ਨਾ, ਉਹਨੂੰ ਸਰੀਰ ਦੀ ਵੀ ਸੁੱਧ ਨਹੀਂ ਰਹੇਗੀ, ਬੇਸੁੱਧ ਹੋ ਜਾਏਗਾ, ਇਹ ਮੇਰੇ ਘਰੋਂ ਕੱਢੀ ਹੋਈ ਹੈ। ਐਸਾ ਉਹਨੇ ਹਾਸ ਰਸ ਦਾ ਬਚਨ ਆਖਿਆ। ਸੋ ਜਿਨ੍ਹਾਂ ਨੇ ਜ਼ਹਿਰ ਪਹਿਲਾਂ ਹੀ ਪੀਣੀ ਸੀ, ਕੱਲ੍ਹ ਵੀ ਦਾਸ ਨੇ ਅਰਜ਼ ਕੀਤੀ ਸੀ, ਅੱਜ ਵੀ ਇਹ ਪੂਰਾ ਬਚਨ ਸੁਣਨਾ ਤੇ ਜ਼ਿਆਦਾ ਲਾਭ ਹੋਵੇਗਾ, ਨਹੀਂ ਤੇ ਸਾਈਡ ਇਫੈਕਟ ਹੋਵੇਗਾ ਇਹਦਾ ਸੁਣਨ ਦਾ ਵੀ। ਕਈ ਤਰ੍ਹਾਂ ਦੇ ਵਲਵਲੇ ਤੇ ਸ਼ੰਕੇ ਉਤਪੰਨ ਹੋਣਗੇ। ਇਹ ਬਹਾਦਰ ਕੌਮਾਂ ਦੀ ਕਮਜ਼ੋਰੀ ਹੈ, ਇਹ ਨਸ਼ੇ ਆਦਿਕ ਦਾ ਸੇਵਨ ਕਰਨਾ ਤੇ ਦੁਰਾਚਾਰੀ ਹੋਣਾ। ਕਿੰਨੀ ਵੱਡੀ ਬਹਾਦਰ ਕੌਮ ਸੀ, ਉਹਨਾਂ ਨੂੰ ਇੱਕ ਸਿੱਖ ਲੁੱਟ ਕੇ ਲੈ ਗਿਆ, ਤੇ ਸਭ ਨੂੰ ਲੁੱਟਣ ਤੇ ਕੁੱਟਣ ਵਾਲੇ, ਲਟੇਰਿਆਂ ਨੂੰ ਲੁੱਟਣ ਵਾਲੇ, ਜੇ ਬਹਾਦਰ ਕੌਮ ਦੇ ਵਿੱਚ, ਸਿੱਖ ਕੌਮ ਦੇ ਵਿੱਚ ਇਹ ਖਾਮੀ ਆ ਜਾਵੇ ਸ਼ਰਾਬ ਪੀਣ ਵਾਲੀ, ਤੇ ਉਹਦਾ ਕੀ ਹਾਲ ਹੋਵੇਗਾ ਉਹ ਆਪਾਂ ਸਮਝ ਸਕਦੇ ਹਾਂ। ਤੋ ਇਸ ਪ੍ਰਕਾਰ ਉਹਨਾਂ ਦੀ ਆਦਤ ਬਣੀ ਹੋਈ ਸੀ ਸ਼ਰਾਬ ਪੀ ਕੇ ਮੁਜ਼ਰੇ ਦੇਖਣੇ, ਹੁੱਕੇ ਪੀਣੇ, ਕਬਾਬੀ ਤੇ ਸ਼ਰਾਬੀ ਹੋਣਾ। ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਉਹਨਾਂ ਦੇ ਨਾਲ ਇਹ ਚਰਿੱਤਰ ਖੇਡ ਕੇ, ਇਹ ਕੌਤਕ ਕਰਕੇ ਗੁਰੂ ਗਰੀਬ ਨਵਾਜ ਮਹਾਰਾਜ ਜੀ ਦਾ ਹੱਕ ਜੋ ਸੀ, ਮਹਾਰਾਜ ਦੇ ਘੋੜੇ ਜੋ ਸਨ, ਉਹ ਲਿਜਾਣਾ ਚਾਹੁੰਦੇ ਹਨ। ਇੱਥੋਂ ਤੱਕ ਕਥਾ ਕੱਲ੍ਹ ਦੇ ਦੀਵਾਨਾਂ ਵਿੱਚ ਵਿਸ਼ਰਾਮ 'ਤੇ ਆ ਗਈ ਸੀ। ਜਿਵੇਂ ਸਤਿਗੁਰੂ ਜੀ ਮਹਾਰਾਜ ਜੀ ਦੇ ਆਨੰਦ ਪਿਆਰੇ ਗੁਰਸਿੱਖ ਬਾਣੀ ਵਿੱਚ ਇੱਕ ਬਚਨ ਆਉਂਦਾ, ਮੋਹ ਠਗੌਰੀ ਪਾਏ ਕਿਆ ਲੋਭ ਅੰਦਰ ਜਨਤਾ ਪਾਇਆ, ਹਰ ਠੱਗ ਜਗ ਕੋ ਠਗੌਰੀ ਲਾਈ, ਹਰ ਕੇ ਵਿਯੋਗ ਕੈਸੇ ਜੀਵੋਂ ਮੇਰੀ ਮਾਈ। ਰੱਬ ਵੀ ਠੱਗ ਹੈ, ਰੱਬ ਤੋਂ ਵੱਡਾ ਕੋਈ ਠੱਗ ਨਹੀਂ। ਉਹਨੇ ਠਗੌਰੀ ਦੇ ਅਰਥ ਨੇ ਠੱਗ ਬੂਟੀ, ਇੱਕ ਬੂਟੀ ਹੁੰਦੀ ਸੀ, ਉਹ ਠੱਗ ਲੋਕ ਪਾਣੀ ਵਿੱਚ ਭਿਉਂ ਕੇ ਮਟਕੇ 'ਚ ਪਾ ਕੇ ਉਹਨੂੰ ਧਰ ਕੇ ਰੱਖ ਦਿੰਦੇ ਸਨ। ਰਾਹਗੀਰ ਮੁਸਾਫਰ ਸੋਚਦੇ ਸਨ ਸ਼ਾਇਦ ਇਹ ਕੋਈ ਪਾਣੀ ਦਾ ਮਟਕਾ ਹੋਵੇ, ਉਹ ਪੀ ਲੈਂਦੇ ਸਨ, ਨਸ਼ਾ ਹੋ ਜਾਂਦਾ ਸੀ, ਬੇਹੋਸ਼ ਹੋ ਜਾਂਦੇ ਸਨ ਰਾਹਗੀਰ ਮੁਸਾਫਿਰ, ਤੇ ਫਿਰ ਉਹ ਲੁਟੇਰੇ, ਉਹ ਠੱਗ ਜਿਹੜੇ ਸਨ ਉਹ ਲੁੱਟ ਲਿਆ ਕਰਦੇ ਸਨ। ਰੱਬ ਨੇ ਵੀ ਸਾਨੂੰ ਠੱਗ ਬੂਟੀ ਦਿੱਤੀ ਹੋਈ ਹੈ, ਤੇ ਕਈ ਵਾਰੀ ਰੱਬ ਦੇ ਭਗਤ ਵੀ ਠੱਗਾਂ ਨੂੰ ਠੱਗ ਲੈਂਦੇ ਨੇ। ਠੱਗਾਂ ਨੂੰ ਠੱਗ ਲੈਣਾ ਕੋਈ ਠੱਗੀ ਨਹੀਂ ਹੁੰਦੀ, ਚੋਰਾਂ ਦੀ ਚੋਰੀ ਕੋਈ ਚੋਰੀ ਨਹੀਂ ਹੁੰਦੀ, ਇਹਦੇ ਨਾਲ ਪੰਥ ਦੇ ਵੱਡੇ ਕਾਰਜ ਵੀ ਹੁੰਦੇ ਨੇ। ਜਿਹੜੀ ਇਹ ਮਾਇਆ ਤੁਰਕਾਂ ਦੇ ਪਾਸੋਂ ਆਪ ਜੀ ਨੂੰ ਪ੍ਰਾਪਤ ਹੁੰਦੀ ਰਹੀ ਹੈ, ਉਹ ਮਾਇਆ ਆਪ ਜੀ ਨੇ ਆਪਣੇ ਹੱਥੀਂ ਕਦੇ ਨਹੀਂ ਵਰਤੀ, ਉਹਦਾ ਅੰਨ ਅਨਾਜ ਕਦੇ ਨਹੀਂ ਲਿਆਂਦਾ। ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਦਾ ਜੀਵਨ ਪੜ੍ਹੀਏ ਤੇ ਆਪ ਜੀ ਨੇ ਹੋਰ ਵੀ ਬੜੇ ਕੌਤਕ ਕੀਤੇ ਸਨ। ਸੰਖੇਪ ਜਿਹਾ ਸਾਂਝਾ ਕਰਕੇ ਅੱਗੇ ਜਾਣਾ ਤਾਂ ਕਿ ਭੂਮਿਕਾ ਬਣ ਜਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਆਏ ਸਨ ਬਾਬਾ ਅਦਲੀ ਜੀ ਸਾਹਿਬ ਜੀ ਦੇ ਰਾਹੀਂ, ਤੇ ਮਹਾਰਾਜ ਨੇ ਕਿਹਾ ਸੀ ਭਲਿਆ ਚੋਰੀ ਛੱਡ ਦੇ। ਮਹਾਰਾਜ ਨਹੀਂ ਛੁੱਟਣੀ, ਸਿੱਧਾ ਹੀ ਕਹਿਤਾ। ਦੂਸਰੀ ਵਾਰੀ ਮਹਾਰਾਜ ਨੇ ਫਰਮਾਇਆ ਸਤਿਗੁਰੂ ਨਹੀਂ ਛੁੱਟਣੀ, ਮੈਨੂੰ ਪਤਾ ਨਾ। ਤੀਜੀ ਵਾਰੀ ਮਹਾਰਾਜ ਨੇ ਕਿਹਾ, ਮੁਸਕਰਾ ਕੇ ਕਹਿਣ ਲੱਗਾ ਮਹਾਰਾਜ ਇਹ ਨਹੀਂ ਛੁੱਟਣੀ, ਇਹ ਪੈ ਗਈ ਉਹਨਾਂ ਆਦਤ। ਮਹਾਰਾਜ ਬਹੁਤ ਪ੍ਰਸੰਨ ਹੋਏ, ਖੁਸ਼ ਹੋ ਕੇ ਕਹਿਣ ਲੱਗੇ ਵੀ ਗਰੀਬ ਮਾਰ ਨਹੀਂ ਕਰਨੀ, ਲੂਣ ਖਾ ਕੇ ਹਰਾਮ ਨਹੀਂ ਕਰਨਾ, ਤੇ ਫਿਰ ਉਹ ਮਾਇਆ ਜਿਹੜੀ ਗਰੀਬ ਗੁਰਬਿਆਂ ਨੂੰ ਵੰਡਣੀ ਹੈ। ਇਹ ਵੀ ਕਥਾ 'ਚ ਆਉਂਦਾ ਕਿ ਜਿਹੜੇ ਬਾਦਸ਼ਾਹ ਲੋਕ ਹੋਇਆ ਕਰਦੇ, ਹੋਰ ਚੋਰ ਠੱਗ ਲੁਟੇਰੇ ਜਿਹੜੇ ਵਿਦੇਸ਼ੀ ਧਾੜਵੀ ਸਨ, ਉਹਨਾਂ ਦੇ ਕੋਲੋਂ ਲੁੱਟ ਘਸੁੱਟ ਕੇ ਆਪ ਜੀ ਗਰੀਬਾਂ ਨੂੰ ਦਿਆ ਕਰਦੇ ਸਨ। ਇਹ ਅਸਲ ਵਿੱਚ ਚੋਰੀ ਨਹੀਂ ਹੁੰਦੀ। ਸਾਡੀ ਭਾਸ਼ਾ ਵਿੱਚ ਕੁਝ ਸ਼ਬਦ ਨੇ, ਵਿਸਥਾਰ ਹੋ ਹੀ ਚੱਲਿਆ ਨਾ ਚਾਹੁੰਦਿਆਂ ਹੋਇਆਂ ਵੀ। ਇੱਕ ਹੁੰਦੀ ਚੋਰੀ, ਇੱਕ ਹੁੰਦੀ ਠੱਗੀ, ਇੱਕ ਹੁੰਦੀ ਡਕੈਤੀ, ਤੇ ਇੱਕ ਸਮਗਲਿੰਗ ਹੁੰਦੀ ਆ। ਚੋਰ ਦੇ ਬਾਰੇ ਤੇ ਆਪਾਂ ਸਮਝਦੇ ਹਾਂ ਜੋ ਹਨੇਰੇ ਵਿੱਚ ਹੋਵੇ। ਇੱਕ ਹੁੰਦਾ ਠੱਗ, ਕਿਸੇ ਨੂੰ ਫਰੇਬ ਦੇ ਨਾਲ ਲੁੱਟ ਕੇ ਲੈ ਜਾਣਾ ਫਰਾਡ ਕਰਕੇ। ਇੱਕ ਡਕੈਤੀ ਹੁੰਦੀ ਹੈ, ਸੋ ਡਾਕਾ ਪਾਉਣਾ, ਰਾਤ ਬਰਾਤੇ ਇਕੱਠੇ ਹੋ ਕੇ ਜੱਥਾ ਲਿਆ ਕੇ ਟੋਲਾ ਬਣਾ ਕੇ ਡਾਕਾ ਮਾਰ ਲੈਣਾ। ਪਹਿਲਾਂ ਜਿਵੇਂ ਰੇਲਾਂ ਇਤਿਆਦਿਕ ਵਿੱਚ ਵੀ ਡਾਕੇ ਪਿਆ ਕਰਦੇ ਸਨ, ਘਰਾਂ ਵੀ ਗੱਡੀਆਂ ਵੀ ਲੋਕ ਲੁੱਟ ਲਿਆ ਕਰਦੇ ਸਨ ਜੰਗਲਾਂ ਬੇਲਿਆਂ ਦੇ ਵਿੱਚ। ਤੀਸਰੀ ਸਮਗਲਿੰਗ ਹੁੰਦੀ ਆ, ਵੀ ਇੱਧਰੋਂ ਲਿਆ ਕੇ ਚੀਜ਼ ਉੱਧਰ ਦੇ ਦੇਣੀ, ਇੱਕ ਤਰ੍ਹਾਂ ਦਾ ਬੈਲੈਂਸ ਬਣਾਉਣਾ। ਉਹ ਚੋਰੀ ਵਿੱਚ ਨਹੀਂ ਹੁੰਦੀ, ਉਹ ਥੋੜ੍ਹਾ ਜਿਹਾ ਉਹਦਾ ਵੱਖਰਾ ਵਰਤਾਰਾ ਹੈ। ਤੋ ਇਸ ਪ੍ਰਕਾਰ ਇਹ ਤੇ ਗੁਰਸਿੱਖਾਂ ਨੇ ਬੈਲੈਂਸ ਹੀ ਬਣਾਏ ਆ। ਹਰਿਮੰਦਰ ਸਾਹਿਬ ਜੀ ਦੇ ਦਰਵਾਜ਼ੇ
ਇਸ ਗੱਲ ਦਾ ਪ੍ਰਤੀਕ ਨੇ ਕਿ ਖਾਲਸੇ ਨੇ ਲੁਟੇਰਿਆਂ ਨੂੰ ਵੀ ਅਕਲ ਦਿੱਤੀ। ਔਰ ਇਸੇ ਪ੍ਰਕਾਰ ਹੋਰ ਵੀ ਦਾਨ ਪੁੰਨ ਕੀਤਾ, ਹਿੰਦੁਸਤਾਨ ਦੇ ਮੰਦਰਾਂ ਵਿੱਚ ਵੀ ਦਾਨ ਕੀਤਾ, ਧਾੜਵੀਆਂ ਦੇ ਕੋਲੋਂ ਖੋਹ ਕੇ ਜਿਹੜੀਆਂ ਬਹੁ ਬੇਟੀਆਂ ਚੁਰਾ ਕੇ ਲੈ ਜਾਂਦੇ ਸਨ, ਅਹਿਮਦ ਸ਼ਾਹ ਦੁਰਾਨੀ, ਅਹਿਮਦ ਸ਼ਾਹ ਅਬਦਾਲੀ ਜਿਹਨੂੰ ਕਹਿੰਦੇ ਹਨ। ਤਾਂ ਇਸੇ ਪ੍ਰਕਾਰ ਉਹ ਬੈਲੈਂਸ ਬਣਾਇਆ। ਔਰ ਮੌਜੂਦਾ ਸਮੇਂ ਵਿੱਚ ਵੀ ਸਿੱਖ ਸੰਘਰਸ਼ ਵਿੱਚ ਵੀ ਜੁਝਾਰੂ ਯੋਧਿਆਂ ਨੇ ਤਾਂ ਇਹ ਐਸੇ ਵਰਤਾਰੇ ਆਪਣੇ ਜੀਵਨ ਵਿੱਚ ਵਰਤਾਏ ਨੇ। ਇਹ ਵੱਖਰੀ ਇਹਦੀ ਇੱਕ ਵਿਆਖਿਆ ਹੈ ਜੋ ਸਮਾਂ ਮੰਗਦੀ ਹੈ। ਸੋ ਇੱਥੇ ਕੱਲ੍ਹ ਦੀ ਕਥਾ ਵਿਸ਼ਰਾਮ 'ਤੇ ਆਏ ਸੀ। ਜਿਵੇਂ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਬਹਾਦਰੀ ਦਿਖਾ ਕੇ ਗੁਰੂ ਕੇ ਘੋੜੇ ਨੂੰ ਗੁਰੂ ਤੱਕ ਪਹੁੰਚਾਉਂਦੇ ਨੇ। ਗੁਰੂ ਕੀ ਕਥਾ ਲੜੀਵਾਰ ਰੂਪ ਦੇ ਵਿੱਚ ਆ ਰਹੀ। ਆਓ ਜਿਤਨੇ ਵੀ ਮਾਈ ਭਾਈ ਬਿਰਧ ਬਾਲਕ ਗਰੀਬ ਨਿਵਾਜ ਮਹਾਰਾਜ ਜੀ ਕੀ ਪਵਿੱਤਰ ਗੋਦ ਮੋਂ ਸਭਾਇਮਾਨ ਹੋ ਕਰ ਲਾਹਾ ਲੈ ਰਹੇ ਹੋ ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਰਦਰਸ਼ਨ ਦੂਰ ਸਰਵਣ ਦੇ ਜ਼ਰੀਏ ਮਹਾਰਾਜ ਦੀ ਅੰਮ੍ਰਿਤ ਸਰੂਪ ਇਤਿਹਾਸ ਦੀ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜ ਰਹੇ ਹੋ। ਭਾਈ ਸਤਿਗੁਰਾਂ ਦੀ ਅੰਮ੍ਰਿਤਮਈ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜੋ, ਇਕਾਗਰਤਾ ਬਣਾਓ। ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ। ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਮੈਂ ਭਰ ਦੇਵੈ ਤੁਮ ਪਿਆਲੇ। ਉਸ ਵੇਲੇ ਬਾਬਾ ਬਿਧੀ ਚੰਦ ਜੀ ਸਾਹਿਬ ਕਹਿਣ ਲੱਗੇ ਵੀ ਜੀ ਜ਼ਹਿਰ ਪੀਣੀ ਹੈ ਤੇ ਕੋਈ ਨਹੀਂ, ਪਿਆਲੇ ਭਰ ਕੇ ਤੁਹਾਨੂੰ ਦਿੰਦਾ ਹਾਂ। ਕੀਜੇ ਆਜ ਬਿਨੋਦ ਵਿਸਾਲੇ। ਔਰ ਕਿਹਾ ਕਿ ਅੱਜ ਤੁਸੀਂ ਬੜਾ ਬਿਨੋਦ ਕੌਤਕ ਕਰੋ, ਖੁਸ਼ ਹੋਵੋ, ਪ੍ਰਸੰਨ ਹੋਵੋ, ਅੱਜ ਲੁੱਡੀਆਂ ਮਾਰੋ ਤੁਸੀਂ ਮਿਲ ਕੇ। ਵਿਛੜੇ ਯਾਦ ਰੱਖੋਗੇ ਸਾਰੇ। ਔਰ ਕਿਹਾ ਕਿ ਅੱਜ ਦੀ ਇਹ ਕੀਤੀ ਹੋਈ ਮੇਰੇ ਵੱਲੋਂ ਸੇਵਾ ਜਿਹੜੀ ਹੈ ਨਾ, ਉਹ ਤੁਸੀਂ ਯਾਦ ਰੱਖੋਗੇ। ਤੁਸੀਂ ਤਾਂ ਯਾਦ ਰੱਖੋਗੇ, ਤੁਹਾਡੀਆਂ ਪੁਸ਼ਤਾਂ ਵੀ ਚੇਤੇ ਕਰਿਆ ਕਰਨਗੀਆਂ। ਇਤਿਆਦਿਕ ਬਚ ਕਹਿ ਕੇ ਪਿਆਰੇ। ਔਰ ਇਤਿਆਦਿਕ ਬਚਨ ਕਹਿ ਕੇ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਉਹਨਾਂ ਸ਼ਰਾਬੀਆਂ ਨੂੰ ਪਿਲਾਈ ਹੈ। ਨੁਕਲ ਕਟੀ ਦੋ ਇੱਕ ਮਹਿ ਆਈ। ਔਰ ਇਸ ਪ੍ਰਕਾਰ ਇੰਨੇ ਸਮੇਂ ਨੂੰ ਉਹ ਭੋਜਨ ਜਿਹੜਾ ਸ਼ਰਾਬੀ ਲੋਕ ਸ਼ਰਾਬ ਦੇ ਨਾਲ ਛਕਦੇ ਨੇ, ਨੁਕਲ ਉਹਨੂੰ ਕਹਿੰਦੇ ਨੇ। ਅਚਾਰ ਗੰਢਾ ਇਤਿਆਦਿਕ ਜ਼ਹਿਰ ਖਾਣ ਲੱਗਿਆਂ ਲੋਕ ਨਾਲ ਖਾਂਦੇ ਨੇ, ਉਹ ਵੀ ਪਦਾਰਥ ਨਾਲ ਆ ਗਿਆ ਹੈ। ਤਨਕ ਦੇ ਪ੍ਰਥਮ ਪਿਆਈ। ਔਰ ਸਾਰਿਆਂ ਨੂੰ ਵੱਖਰੇ ਵੱਖਰੇ ਕਰਕੇ ਜ਼ਹਿਰ ਜਿਨ੍ਹਾਂ ਨੇ ਪੀਣੀ ਸੀ, ਡਫਣੀ ਸੀ, ਉਹ ਪੀ ਲਈ ਹੈ। ਬਤਰਸ ਕੇ ਲਾਲਚ ਤਬ ਲਾਏ। ਔਰ ਕਹਿੰਦੇ ਇਸ ਪ੍ਰਕਾਰ ਇਹ ਸ਼ਰਾਬ ਦੇ ਨਸ਼ੇ ਵਿੱਚ ਔਰ ਫਰੀ ਦੇ ਨਸ਼ੇ ਦੇ ਲਾਲਚ ਵਿੱਚ ਮਾਰੇ ਹੋਏ ਹੈ। ਹੰਕਾਰਤ ਕੇ ਤੇ ਹੁਲਸਾਏ। ਔਰ ਕਹਿੰਦੇ ਇਸ ਪ੍ਰਕਾਰ ਕਈ ਤੇ ਸ਼ਰਾਬ ਪੀ ਕੇ ਹੰਕਾਰ ਵਿੱਚ ਆ ਗਏ, ਆਫਰ ਗਏ ਨੇ। ਹੁਣ ਉਹ ਇੱਕ ਦੂਜੇ ਨਾਲ ਅੜਨ ਲੱਗ ਗਏ ਹਨ। ਮਾਦਕ ਚੜਿਓ ਪਭੂ ਕੇ ਜੈਸਾ। ਕਵੀ ਜੀ ਕਹਿੰਦੇ ਜਦੋਂ ਇਹਨਾਂ ਨੂੰ ਮਾਦਕ ਨਸ਼ਾ ਚੜ ਗਿਆ ਤੇ ਫੁੰਕਾਰੇ ਮਾਰਨ ਲੱਗ ਗਏ ਹਨ ਸ਼ਰਾਬੀਆਂ ਦੇ ਵਾਂਗ। ਕੋ ਬਹਿਸਤ ਬੈਸਾ। ਔਰ ਕਹਿੰਦੇ ਕੋਈ ਤੇ ਹੱਸਦਾ ਉੱਚੀ ਉੱਚੀ ਜਦੋਂ ਇਹਨਾਂ ਨੂੰ ਨਸ਼ਾ ਹੋ ਗਿਆ, ਤੇ ਕੋਈ ਕਿਸੇ ਨਾਲ ਅਕਾਰਨ ਬਹਿਸਦਾ ਹੈ, ਜਿਵੇਂ ਸ਼ਰਾਬੀਆਂ ਦੇ ਸੁਭਾਅ ਹੁੰਦੇ ਨੇ। ਹੁਣ ਆਪਸ ਵਿੱਚ ਹੀ ਲੜਨਾ ਸ਼ੁਰੂ ਕਰ ਦਿੱਤਾ ਹੈ। ਚਰਵੈ ਨੁਕਲਨ ਪੀਵੇ ਪਿਆਲੇ। ਔਰ ਕਹਿੰਦੇ ਇਸ ਪ੍ਰਕਾਰ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਜਿਹੜੀ ਉਹ ਸ਼ਰਾਬ ਸੀ ਸੋ ਇਹਨਾਂ ਪਾਪੀਆਂ ਨੂੰ ਪਿਲਾਈ, ਜਿਨ੍ਹਾਂ ਦਾ ਖਾਣਾ ਹੀ ਇਹ ਸੀਗਾ। ਇਹ ਪਾਪੀਆਂ ਦੀ ਖੁਰਾਕ ਹੈ। ਤੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਕਿ ਦੈਂਤਾਂ ਦੇ ਹਿੱਸੇ ਆਈ ਹੈ। 14 ਰਤਨ ਕੱਢੇ ਸਨ ਦੇਵਤਿਆਂ ਦੇ ਦੈਂਤਾਂ ਨੇ ਮਿਲ ਕੇ। ਅੰਮ੍ਰਿਤ ਜਿਹੜਾ ਸੀ ਦੇਵਤਿਆਂ ਦੇ ਹਿੱਸੇ ਆ ਗਿਆ, ਤੇ ਸ਼ਰਾਬ ਜਿਹੜੀ ਸੀ ਦੈਂਤਾਂ ਦੇ ਹਿੱਸੇ ਆ ਗਈ। ਇਹ ਦੈਂਤਾਂ ਦੀ ਖੁਰਾਕ ਹੈ। ਪਹਿਲਾਂ ਵੀ ਦੈਂਤਾਂ ਦੀ ਸੀ ਤੇ ਉਦੋਂ ਵੀ ਦੈਂਤਾਂ ਦੀ ਸੀ, ਤੇ ਅੱਜ ਵੀ ਇਹ ਦੈਂਤਾਂ ਦੇ ਹਿੱਸੇ ਆਈ ਹੈ। ਦੇਵਤੇ ਦੇ ਨੇੜੇ ਨਹੀਂ ਜਾਂਦੇ ਇਹਦੇ। ਭਗਤ ਜੀ ਨੇ ਲਿਖਿਆ ਨਾ, ਸੋ ਸੁਰਸਰੀ ਸਲਲ ਕ੍ਰਿਤ ਬਾਰ ਨੀਰੇ ਸੰਤ ਜਨ ਕਰਤ ਨਹੀਂ ਪਾਣ। ਵੀ ਸ਼ਰਾਬ ਜਿਹੜੀ ਆ ਭਾਵੇਂ ਸੁਰਸਰੀ ਗੰਗਾ ਨਦੀ ਦੇ ਜਲ ਦੀ ਵੀ ਕਿਉਂ ਨਾ ਬਣੀ ਹੋਵੇ, ਸੰਤ ਜਨ ਫਿਰ ਵੀ ਨਹੀਂ ਪੀਂਦੇ ਹਨ। ਗੰਗਾ ਦੇ ਜਲ ਦੀ ਵੀ ਕਿਉਂ ਨਾ ਕਿਸੇ ਨੇ ਕੱਢੀ ਹੋਵੇ, ਗੰਗਾ ਦੇ ਕੰਢੇ ਦੇ ਜਿਵੇਂ ਇੱਥੇ ਵੀ ਵਿਕਾਰੀ ਲੋਕ ਕੱਢਦੇ ਹਨ, ਫੜੇ ਜਾਂਦੇ, ਫਿਰ ਮਾਰ ਵੀ ਪੈਂਦੀ ਹੈ। ਹੁਣ ਇੱਥੇ ਤੇ ਬੜੀ ਬੈਨ ਹੈ, ਔਰ ਗਵਾਹੀ ਵੀ ਕੋਈ ਨਹੀਂ ਦਿੰਦਾ, ਜ਼ਮਾਨਤ ਵੀ ਕੋਈ ਨਹੀਂ ਭਰਦਾ। ਐਸਾ ਇਹ 'ਤੇ ਸਕੰਜਾ ਕੱਸਿਆ ਹੋਇਆ। ਹਿੰਦੁਸਤਾਨ ਇੱਥੇ ਬਿਹਾਰ ਸਰਕਾਰ ਦੇ ਜੋ ਮੁੱਖ ਮੰਤਰੀ ਹਨ ਸ਼੍ਰੀ ਨਿਤੀਸ਼ ਕੁਮਾਰ ਜੀ, ਤੁਰਦਾ ਫਿਰਦਾ ਫਰਿਸ਼ਤਾ, ਰੱਬ ਦੇ ਪਿਆਰੇ, ਜਿਨ੍ਹਾਂ ਨੂੰ ਸੇਵਾ ਰਤਨ ਦੀ ਉਪਾਧੀ ਮਹਾਰਾਜ ਜੀ ਦੇ ਇਸ ਪਾਵਨ ਸੱਚਖੰਡ ਦਰਬਾਰ ਤਖਤ ਵਿੱਚੋਂ ਪ੍ਰਾਪਤ ਆ।
ਉਹਨਾਂ ਨੇ ਇੱਥੇ ਬੜਾ ਸਕੰਜਾ ਕੱਸਿਆ, ਸਾਰੀ ਜਗ੍ਹਾ 'ਤੇ ਕੱਸਣਾ ਚਾਹੀਦਾ। ਤਾਂ ਇਸ ਪ੍ਰਕਾਰ ਇਹਨਾਂ ਜ਼ਹਿਰ ਖਾਣ ਵਾਲਿਆਂ ਨੇ ਰੱਜ ਕੇ ਜ਼ਹਿਰ ਖਾਧੀ ਹੈ ਔਰ ਮਗਰੋਂ ਪਦਾਰਥ ਵੀ ਖਾਧੇ ਹਨ ਸ਼ਰਾਬ ਵਾਲੇ। ਭਏ ਗਵਾਰ ਦਾਸ ਮਤ ਵਾਲੇ। ਔਰ ਕਹਿੰਦੇ ਐਸੇ ਗਵਾਰ ਜਿਹੜੇ ਨੇ ਕੰਮ ਅਕਲ, ਉਹ ਮਤਵਾਲੇ ਝੱਲੇ ਕਮਲੇ ਹੋ ਗਏ ਹਨ। ਡੇਢ ਜਾਮ ਨਿਸ ਜਬੈ ਬਿਤਾਈ। ਕਹਿੰਦੇ ਜਿਸ ਵੇਲੇ 1.5 ਪਹਿਰ ਰਾਤ, 3 ਘੰਟਿਆਂ ਦਾ ਪਹਿਰ ਹੁੰਦਾ ਹੈ, 1.5 ਪਹਿਰ ਰਾਤ ਜਦੋਂ ਬਤੀਤ ਹੋ ਗਈ ਹੈ, ਕੈਪ ਛੂਟ ਕੇ ਤਬੈ ਪਿਲਾਈ। ਉਸ ਵੇਲੇ ਅਖੀਰ ਦਾ ਜਿਹੜਾ ਵਰਤਾਰਾ ਸੀਗਾ ਵੀ ਹੁਣ ਖਤਮ ਹੋਣ ਲੱਗੀ ਹੈ, ਥੋੜੀ ਥੋੜੀ ਬਚੀ ਹੈ, ਸਾਰੇ ਪੀ ਲੋ ਆਖੇ, ਉਹ ਅਖੀਰਲਾ ਵਰਤਾਰਾ ਵਰਤਾਇਆ ਹੈ। ਤਾਂ ਕੇ ਹੁਤੇ ਪਾਹਰ ਸਵੈ। ਕਵੀ ਜੀ ਕਹਿੰਦੇ ਉਸ ਕਿਲੇ ਦੇ, ਸ਼ਾਹੀ ਕਿਲੇ ਦੇ ਜਿਤਨੇ ਵੀ ਪਾਰੂ ਸਨ, ਪਹਿਰੇਦਾਰ ਦਰਬਾਨ ਸਨ, ਭਰ ਕਰ ਦੇਨ ਲਗਿਓ ਤਿੰਨ ਸਜਵੈ। ਬਾਬਾ ਬਿਧੀ ਚੰਦ ਜੀ ਸਾਹਿਬ ਪਿਆਲੇ ਭਰ ਭਰ ਕੇ, ਲੋਟੇ ਭਰ ਭਰ ਕੇ ਉਹਨਾਂ ਨੂੰ ਪਿਲਾਉਂਦੇ ਕਿ ਭਾਈ ਤੁਸੀਂ ਵੀ ਰੋਜ਼ ਪੀਂਦੇ ਹੋ ਤੇ ਅੱਜ ਪੀ ਲਓਗੇ, ਕੀ ਫਰਕ ਆ, ਨਾਲੇ ਬੜਾ ਵੱਡਾ ਕੰਮ ਹੋਵੇਗਾ ਅੱਜ। ਕਹੇ ਬਾਤ ਸੁਨ ਭਰਾਤ ਕਸੇਰਾ। ਉਸ ਵੇਲੇ ਜਿਹੜੇ ਪਹਿਰੇਦਾਰ ਸਨ ਨਾਲੇ ਸ਼ਰਾਬ ਪੀਂਦੇ ਨੇ, ਥੋੜੀ ਬਹੁਤੀ ਦਿਮਾਗ ਵੀ ਸੁਚੇਤ ਹੈ, ਪਤਾ ਮਾਰ ਪਵੇਗੀ ਜੇ ਕੋਈ ਢਲਿਆਈ ਹੋ ਗਈ। ਉਦੋਂ ਰਿਆਸਤੀ ਰਾਜ ਹੁੰਦੇ ਸਨ ਤੇ ਰਾਜੇ ਮਹਾਰਾਜੇ ਨੌਕਰ ਚਾਕਰ ਨੂੰ ਢਲਿਆਈ ਦੇਖ ਕੇ ਸਿੱਧਾ ਹੀ ਤੀਰ ਮਾਰ ਕੇ, ਗੋਲੀ ਇਤਿਆਦਿਕ ਮਾਰ ਕੇ ਮਾਰ ਦਿਆ ਕਰਦੇ ਸਨ। ਤੇ ਉਹ ਪਹਿਰੇਦਾਰ ਜਿਹੜੇ ਹਨ, ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਸਿਰੇ ਭਾਈ ਇਹ ਸਾਡੀ ਬੇਨਤੀ ਸੁਣ। ਪਹਿਰਾ ਦੇਨ ਆਜ ਕਿਰਤ ਤੇਰਾ। ਔਰ ਕਿਹਾ ਕਿ ਪਹਿਰਾ ਦੇਣਾ ਅੱਜ ਇਹ ਤੇਰਾ ਕੰਮ ਹੈ, ਤੇਰੀ ਡਿਊਟੀ ਹੈ। ਹਮ ਤੇ ਜਾਗਿਓ ਜਾਏ ਨ ਕੋਈ। ਔਰ ਕਿਹਾ ਕਿ ਹੁਣ ਸਾਡੇ ਕੋਲੋਂ ਜਾਗਿਆ ਨਹੀਂ ਜਾਣਾ ਹੈ, ਜਿਵੇਂ ਅਸੀਂ ਅੱਜ ਪੀਤੀ ਹੈ। ਦਈ ਸ਼ਰਾਬ ਤਾ ਸਾਂਭੋ ਸੋਈ। ਔਰ ਕਿਹਾ ਕਿ ਤੈਂ ਸਾਨੂੰ ਸ਼ਰਾਬ ਦਿੱਤੀ ਹੈ, ਹੁਣ ਤੂੰ ਹੀ ਸਾਨੂੰ ਸਾਂਭ ਤੇ ਸਾਡੀਆਂ ਡਿਊਟੀਆਂ ਵੀ ਤੂੰ ਹੀ ਸਾਂਭ, ਭਲਾ ਜ਼ਿੰਮੇਵਾਰੀ ਵੀ ਹੈ। ਕਹਿ ਵਿਦਿਆ ਤ ਦੇਹੋ ਦਚਤਾਏ। ਕਹਿੰਦੇ ਇਸ ਪ੍ਰਕਾਰ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਫਿਕਰ ਨਾ ਕਰੋ, ਕਹਿੰਦੇ ਚਿੰਤਾ ਨਾ ਕਰੋ ਕਿਸੇ ਤਰ੍ਹਾਂ ਦੀ ਤੁਸੀਂ। ਜਾਗੋ ਜਾਮਨ ਆਜ ਸਵਾਈ। ਕਿ ਅੱਜ ਸਾਰੀ ਰਾਤ ਮੈਂ ਜਾਗਾਂਗਾ, ਹੈ ਬਚਨ ਉਹਨਾਂ ਦਾ ਇਸ਼ਾਰੇ ਵਿੱਚ ਜਾਗਣਾ ਪੈਣਾ ਨਾ, ਤਾਂ ਹੀ ਤੇ ਘੋੜਾ ਭਜਾਉਣਗੇ ਔਰ ਵਾਟ ਲਮੇਰੀ ਜੋ ਹੈ ਤੈਅ ਕਰਨਗੇ। ਅੰਮ੍ਰਿਤ ਵੇਲਾ ਹੁੰਦੇ ਤੱਕ, ਦਿਨ ਚੜ੍ਹਦੇ ਤੱਕ ਉਹਨਾਂ ਨੇ ਲਾਹੌਰ ਕ੍ਰੋਸ ਕਰਨਾ ਹੈ ਨਾ, ਤਾਂ ਕਿ ਉਹ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋ ਜਾਵੇ। ਕਿਆ ਫਿਕਰ ਨਾ ਕਰੋ, ਅੱਜ ਸਾਰੀ ਰਾਤ ਜਾਗਣਾ ਹੈ। ਸਾਹੋ ਪ੍ਰਤਾਪ ਆਨ ਕੋ ਸਕੈ। ਔਰ ਕਿਹਾ ਕਿ ਨਾਲੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਇੱਥੇ ਵੱਡਾ ਭਾਰੀ ਪ੍ਰਤਾਪ ਹੈ। ਦੱਸੋ ਭਲਾ ਕਿਹਦੀ ਹਿੰਮਤ ਹੈ ਕਿ ਕਿਲੇ ਵਿੱਚ ਆ ਜਾਵੇ, ਤੁਸੀਂ ਫਿਕਰ ਨਾ ਕਰੋ। ਹੈ ਇੱਕ ਰਾਜ ਆਨ ਕੋ ਤਕੈ। ਔਰ ਕਿਹਾ ਕਿ ਇਸ ਪ੍ਰਕਾਰ ਘੋੜਿਆਂ ਦੀ ਸੇਵਾ ਕਰਨੀ ਇਹ ਮੇਰਾ ਧਰਮ ਹੈ, ਇਹ ਮੇਰਾ ਕਰਮ ਹੈ, ਇਹ ਮੈਂ ਸੋਹਣੇ ਤਰੀਕੇ ਨਾਲ ਨਿਭਾਵਾਂਗਾ। ਉਹਨਾਂ ਦਾ ਰਾਜ ਭਾਗ ਹੈ, ਹੋਰ ਕੋਈ ਇੱਥੇ ਬਾਗੀ ਆਕੀ ਵੀ ਨਹੀਂ ਹੈ ਕਿ ਕੋਈ ਹੱਲਾ ਗੁੱਲਾ ਕਰੇ। ਖਾਤਰ ਜਾਮਾ ਭਈ ਤਿੰਨ ਮਨ ਕੇ। ਕਹਿੰਦੇ ਉਸ ਪ੍ਰਕਾਰ ਜਦੋਂ ਪਹਿਰੇਦਾਰਾਂ ਦੇ ਮਨ ਦੀ ਤਸੱਲੀ ਹੋ ਗਈ ਹੈ ਪੂਰੀ ਤਰ੍ਹਾਂ, ਕੀਨਸ ਛੂਟ ਸ਼ਰਾਬ ਪੀਨ ਕੇ। ਉਸ ਵੇਲੇ ਅਖੀਰਲਾ ਜਿਹੜਾ ਸ਼ਰਾਬ ਦਾ ਪਿਆਲਾ ਸੀ ਸਮਾਪਤੀ ਵਾਲਾ, ਉਹ ਰੱਜ ਰੱਜ ਕੇ ਉਹਨਾਂ ਨੇ ਪੀਤਾ ਹੈ। ਦਿਓ ਕਲਿਦਦਾਰ ਕੋ ਭਰ ਕੇ। ਉਸ ਵੇਲੇ ਜਿਹੜਾ ਕੁੰਜੀਆਂ ਵਾਲਾ ਸੀ, ਇਹ ਵਿਸ਼ੇਸ਼ ਵਿਅਕਤੀ ਹੋਇਆ ਕਰਦੇ ਸਨ ਜਿਨ੍ਹਾਂ ਦੇ ਕੋਲ ਤੋਸ਼ੇਖਾਨੇ ਦੀਆਂ ਕੁੰਜੀਆਂ ਹੋਇਆ ਕਰਦੀਆਂ ਸਨ। ਇਹ ਬਹੁਤ ਵਿਸ਼ਵਾਸ ਵਾਲੇ ਵਿਅਕਤੀ ਹੋਇਆ ਕਰਦੇ ਸਨ, ਜਿਨ੍ਹਾਂ ਦੇ ਕੋਲ ਸਾਰਾ ਖਜ਼ਾਨਾ, ਸੋਨਾ, ਚਾਂਦੀ, ਹੀਰੇ ਜਵਾਹਰਾਤ, ਬਸਤਰ, ਸੋਨੇ ਇਤਿਆਦਿਕ ਦੇ ਸ਼ਸਤਰ ਸਾਰਾ ਕੁਝ ਹੋਇਆ ਕਰਦਾ ਸੀ। ਉਹ ਵਿਸ਼ੇਸ਼ ਅਧਿਕਾਰੀ ਜਿਹਦੇ ਪਾਸ ਸਾਰੀਆਂ ਕੁੰਜੀਆਂ ਸਨ, ਸੋ ਵਿਸ਼ੇਸ਼ ਮਨੀਮ ਕਹਿ ਲਓ। ਸੋ ਉਹਨੂੰ ਤੇ ਬਹੁਤੀ ਜ਼ਿਆਦੀ ਪਿਲਾਈ ਹੈ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਕਿ ਤੇਰੇ ਵੱਲੋਂ ਕੋਈ ਕਸਰ ਨਾ ਰਹਿ ਜੇ, ਬਸ ਗਰਦਨ ਤੱਕ ਢਿੱਡ ਭਰਿਆ ਉਹਦਾ। ਲੈ ਕਰ ਕਹਿਤ ਭਇਓ ਹੱਸ ਕਰ ਕੇ। ਕਹਿੰਦੇ ਇਸ ਪ੍ਰਕਾਰ ਉਹ ਸ਼ਰਾਬ ਪੀਂਦਾ ਤੇ ਹੱਸੀ ਜਾਂਦਾ ਹੈ ਨਾਲ ਅਮਲੀਆਂ ਵਾਂਗ। ਸੁਨੋ ਕਸੇਰਾ ਮੈਂ ਇਸ ਬੇਰਾ। ਔਰ ਕਹਿਣ ਲੱਗੇ ਕਸੇਰਿਆ ਆਖੇ ਸੁਣ ਇਸ ਸਮੇਂ ਕਰੋ ਭਾਣੀਏ ਲਖਹਿਤ ਤੇਰਾ। ਵੀ ਇੰਨੀ ਕਦੇ ਮੈਂ ਪੀਤੀ ਨਹੀਂ ਜ਼ਿੰਦਗੀ ਵਿੱਚ, ਕਿਉਂਕਿ ਵੱਡੀ ਭਾਰੀ ਮੇਰੀ ਜ਼ਿੰਮੇਵਾਰੀ ਹੈ, ਪਰ ਤੇਰੇ ਪ੍ਰੇਮ ਦਾ ਸਦਕਾ ਹੀ ਇੰਨਾ ਛਕ ਗਿਆ ਹਾਂ ਨਸ਼ਾ। ਮਮ ਕੋਟੇ ਕੀ ਸਭ ਤਕਰਾਈ। ਔਰ ਕਿਹਾ ਕਿ ਮੇਰੇ ਕੋਠੇ ਦੀ ਜਿੱਥੇ ਤੋਸ਼ਾਖਾਨਾ ਹੈ, ਹਿੰਦੁਸਤਾਨ ਦੇ ਬਾਦਸ਼ਾਹ ਦੇ ਸੋਨੇ ਦੀਆਂ ਕਾਠੀਆਂ 1.25 ਲੱਖ ਰੁਪਈਏ ਦੀਆਂ, ਉਹਨਾਂ ਜ਼ਮਾਨਿਆਂ ਵਿੱਚ ਜਦੋਂ 5 ਰੁਪਈਆਂ ਦੀ ਤੁਸੀਂ ਸਾਰੇ ਪਿੰਡ ਦੀ ਜ਼ਮੀਨ ਖਰੀਦ ਸਕਦੇ ਸੀ, ਇੰਨੀ ਅਹਿਮੀਅਤ ਸੀ ਉਹਨਾਂ ਜ਼ਮਾਨਿਆਂ ਵਿੱਚ। ਕਿਹਾ ਲੱਖਾਂ ਰੁਪਈਆਂ ਦੀਆਂ ਕਾਠੀਆਂ ਔਰ ਹੀਰੇ ਜਵਾਹਰਾਤ ਤੋਸ਼ੇਖਾਨੇ ਵਿੱਚ ਪਏ ਹੋਏ ਨੇ।
ਉਹ ਸਾਰੇ ਕੋਠੇ ਦੀ ਜ਼ਿੰਮੇਵਾਰੀ ਤੇਰੀ ਹੈ। ਤੋਰ ਹਵਾਲੇ ਦਿਓ ਸੁਨਾਈ। ਔਰ ਕਿਹਾ ਕਿ ਤੇਰੇ ਹਵਾਲੇ, ਜੇ ਕਿਤੇ ਕਹਿੰਦਾ ਨਾ ਅੱਲਾ ਦੇ ਹਵਾਲੇ, ਤੇ ਹੋ ਸਕਦਾ ਕੋਈ ਅੱਲਾ ਉਹਦੀ ਰਾਖੀ ਵੀ ਕਰਦਾ, ਪਰ ਸ਼ਰਾਬੀ ਬੰਦੇ ਨੂੰ ਕਿੱਥੋਂ ਅੱਲਾ ਯਾਦ ਆਉਂਦਾ ਹੈ। ਜਾਗਤ ਰਹੋ ਨ ਤੈ ਕਰ ਪਾਨੋ। ਔਰ ਕਿਹਾ ਕਿ ਤੂੰ ਤੇ ਸ਼ਰਾਬ ਪੀਣੀ ਨਹੀਂ ਹੈ, ਤੂੰ ਸ਼ਰਾਬ ਪੀਂਦਾ ਵੀ ਨਹੀਂ ਹੈ, ਇਸ ਕਰਕੇ ਜਾਗਦਾ ਰਹੀਂ ਭਾਈ। ਸਭ ਵਿਦ ਤੇ ਰਹੀਏ ਸਾਵਧਾਨ। ਔਰ ਹਰ ਤਰ੍ਹਾਂ ਕਰਕੇ ਸਾਵਧਾਨ ਸੁਚੇਤ ਰਹਿਣਾ, ਇਹ ਤੈਂ ਜ਼ਿੰਮੇਵਾਰੀ ਨਿਭਾਉਣੀ ਹੈ। ਸੁਨ ਵਿਧਿਏ ਬਹੁ ਦੀਨ ਭਰੋਸਾ। ਸੁਣ ਕਰਕੇ ਬਾਬਾ ਬਿਧੀ ਚੰਦ ਜੀ ਸਾਹਿਬ ਕਹਿਣ ਲੱਗੇ ਭਰੋਸਾ ਦੇ ਕੇ, ਕਿਆ ਤੁਮ ਕਲਪਤ ਹੋ ਅਸ ਦੋਸਾ। ਔਰ ਕਿਹਾ ਕਿ ਇਹ ਕਿਹੜੀਆਂ ਗੱਲਾਂ ਕਰਦੇ ਹੋ, ਢਿੱਲੀਆਂ ਮੱਠੀਆਂ ਗੱਲਾਂ ਨਾ ਕਰੋ। ਹੁਣ ਪੀਣ ਲੱਗ ਗਏ ਹੋ ਤੇ ਪੀ ਵੀ ਜਾਵੋ, ਹੁਣ ਕੁਝ ਸੋਚੋ ਨਾ ਅੱਗਾ ਪਿੱਛਾ। ਤਬੇ ਪ੍ਰਤਾਪ ਸਾ ਕੋ ਭਾਰੀ। ਔਰ ਕਿਹਾ ਕਿ ਹਿੰਦੁਸਤਾਨ ਦੇ ਪਾਤਸ਼ਾਹ ਦਾ ਬਹੁਤ ਵੱਡਾ ਤਪ ਦਾ ਪ੍ਰਤਾਪ ਹੈ। ਕੋਈ ਧਿਆਨ ਸਕੈ ਮਤ ਭਾਰੀ। ਔਰ ਕਿਹਾ ਕਿ ਕੌਣ ਹੈ, ਕਿਹਦੀ ਮੱਤ ਮਰ ਗਈ ਹੈ, ਜਿਹੜਾ ਇੱਥੇ ਆਣ ਕੇ ਰਾਤ ਨੂੰ ਕੋਈ ਚੋਰੀ ਚਕਾਰੀ ਕਰੇ। ਤੁਸੀਂ ਸੋਚੋ ਵੀ ਨਾ ਇਹ ਗੱਲ। ਨਹੀਂ ਗਮ ਤਾ ਖਗ ਕੇ ਆਵਣ। ਕਹਿੰਦੇ ਹੋਰ ਤਾਂ ਹੋਰ ਇੱਥੇ ਪੰਖੀ ਵੀ ਪੰਖ ਨਹੀਂ ਮਾਰ ਸਕਦਾ ਹੈ, ਕੀੜੀ ਤੱਕ ਨਹੀਂ ਆ ਸਕਦੀ ਬਿਨਾਂ ਆਗਿਆ ਤੋਂ। ਇਹ ਸ਼ਾਹੀ ਕਿਲਾ ਹੈ, ਕੋਈ ਖਾਲਾ ਜੀ ਦਾ ਵਾੜਾ ਨਹੀਂ ਕਿ ਜਦੋਂ ਮਰਜੀ ਬੱਚੇ ਖੇਡਣ ਲੱਗ ਜਾਣ। ਧਰੇ ਤਰਾਸ ਕੋ ਹੋਏ ਭਲਾਵਣ। ਔਰ ਕਿਹਾ ਕਿ ਇਸ ਕਰਕੇ ਤੁਸੀਂ ਡਰ ਨਾ ਕਰੋ ਕਿਸੇ ਪ੍ਰਕਾਰ ਦਾ, ਬੇਫਿਕਰ ਹੋ ਕੇ ਪੀਵੋ। ਹਰ ਮੈਂ ਜਾਗੋ ਜਾਮਨ ਸਾਰੀ। ਔਰ ਰਹੀ ਗੱਲ ਮੇਰੀ, ਮੈਂ ਸਾਰੀ ਰਾਤ ਜਾਗਾਂਗਾ। ਤੁਮ ਸੁਪਤ ਹੋਇਆ ਨੀਂਦ ਸੁਖਾਰੀ। ਕਿਆ ਸੁਖੱਲੀ ਨੀਂਦ ਸੌ ਜਾਓ ਤੁਸੀਂ। ਇਮ ਕਹਿ ਸਭ ਕੋ ਕਰ ਨਿਸ਼ਚਿੰਤ। ਇਸ ਤਰ੍ਹਾਂ ਕਹਿ ਕੇ ਸਾਰਿਆਂ ਨੂੰ ਨਿਸ਼ਚਿੰਤ ਕੀਤਾ ਆਪ ਜੀ ਨੇ। ਦੇਨ ਲਗਿਓ ਬਹੁ ਪ੍ਰਾਤ ਭਰੰਤ। ਔਰ ਪਿਆਲੇ ਭਰ ਭਰ ਕੇ, ਪਾਤਰ ਭਰ ਭਰ ਕੇ, ਭਾਂਡੇ ਭਰ ਭਰ ਕੇ, ਲੋਟੇ ਭਰ ਭਰ ਕੇ, ਜਿਨ੍ਹਾਂ ਨੇ ਜ਼ਹਿਰ ਪੀਣੀ ਸੀ ਉਹਨਾਂ ਨੂੰ ਦੇ ਰਹੇ ਹਨ। ਅਲਪ ਵਿਸਾਲ ਬਿਰਧ ਕੈ ਜਵਾਨ। ਕਹਿੰਦੇ ਇਸ ਪ੍ਰਕਾਰ ਉਸ ਕਿਲੇ ਵਿੱਚ ਭਾਵੇਂ ਕੋਈ ਬਿਰਧ ਸੀ ਤੇ ਜਾਂ ਕੋਈ ਨੌਜਵਾਨ ਸੀਗਾ, ਸਭਨ ਪਿਲਾਈ ਏਕ ਸਮਾਨ। ਤੇ ਸਭ ਦੇ ਸਭ ਲੋਕ ਉਹ ਪੀਂਦੇ ਸਨ ਤੇ ਸਭ ਨੂੰ ਇੱਕ ਬਰਾਬਰ ਦਾ ਹਿੱਸਾ ਪਿਲਾਇਆ ਹੈ। ਜਾਓ ਪਿੱਛੇ ਪਿਆਲੇ ਭਰ ਦਏ। ਕਹਿੰਦੇ ਜਦੋਂ ਇਸ ਤਰ੍ਹਾਂ ਪਿਆਲੇ ਭਰ ਭਰ ਕੇ ਉਹ ਜ਼ਹਿਰ ਉਹਨਾਂ ਦੇ ਤਾਈਂ ਪਿਲਾਈ ਹੈ, ਸ਼ਰਾਬ ਪਿਲਾਈ ਹੈ, ਸੁਧ ਤਨ ਧਨ ਕੀ ਬਿਸਰਤ ਆ ਭਏ। ਸਾਰਿਆਂ ਨੂੰ ਤਨ ਧਨ ਦੀ ਸੁੱਧ ਭੁੱਲ ਗਈ। ਸਰੀਰ ਤੇ ਪਾਏ ਹੋਏ ਬੇਸ਼ਕੀਮਤੀ ਬਸਤਰ ਔਰ ਸ਼ਸਤਰ, ਉਹਨਾਂ ਦੀ ਵੀ ਖਬਰਸਾਰ ਨਾ ਰਹੀ। ਸੌਂ ਗਏ ਹਨ ਸੁਸਰੀ ਵਾਂਗ। ਬਾਤਨ ਕਰਤ ਗਿਰੇ ਤਬ ਐਸੇ। ਤੇ ਕਵੀ ਜੀ ਕਹਿੰਦੇ ਗੱਲਾਂ ਕਰਦੇ ਕਰਦੇ ਲੇਰ ਕੇ ਇਵੇਂ ਡਿੱਗ ਗਏ ਹਨ ਜਿਸ ਤੇ ਸੁਧ ਬੁੱਧ ਰਹੀ ਨ ਕਿ ਕੈਸੇ। ਬਸ ਕੋਈ ਸੁੱਧ ਬੁੱਧ ਨਾ ਰਹੀ। ਵੇਂਦਿਆਂ ਵੇਂਦਿਆਂ ਪੱਗਾਂ ਲੈ ਕੇ ਡਿੱਗ ਗਈਆਂ ਤੇ ਵਿੱਚ ਪਏ ਹੋਏ ਗੰਜ ਸਿਰ ਦੇ ਉਹ ਦਿਖਣ ਲੱਗ ਗਏ ਹਨ। ਮੁਖ ਬੋਲਣ ਤੇ ਰਹੇ ਵਿਚਾਰੇ। ਕਹਿੰਦੇ ਮੂੰਹ ਤੋਂ ਬੋਲਣ ਤੋਂ ਵੀ ਰਹਿ ਗਏ ਹਨ। ਪਹਿਲਾਂ ਤੇ ਬੜੀਆਂ ਸ਼ੇਖੀਆਂ ਜੀਆਂ ਮਾਰਦੇ ਸੀ, ਲਲਕਾਰੇ ਵੀ ਮਾਰਦੇ ਸੀਗੇ, ਤੇ ਹੁਣ ਆਵਾਜ਼ ਵੀ ਬੰਦ ਹੋ ਗਈ ਹੈ। ਪਗਿਆ ਵਸਤ ਉਤਾਰਤ ਡਾਰੇ। ਔਰ ਕਹਿੰਦੇ ਨੇ ਕਿਸੇ ਦੀ ਪੱਗ ਲੈ ਗਈ ਆ ਤੇ ਜਿਹਦੀ ਨਹੀਂ ਲੱਥੀ ਕਸ ਕੇ ਬੱਧੀ ਸੀ, ਉਹਨੂੰ ਗਰਮੀ ਹੁੰਦੀ, ਤਲਖੀ ਹੁੰਦੀ ਹੈ, ਕਿਉਂਕਿ ਬਹੁਤੀ ਉਹ ਗਰਮ ਸੀ, ਚਲਾ ਕੇ ਮਾਰਦੇ ਹਨ ਪੱਗਾਂ। ਬਾਹੋ ਪਕੜ ਬੂਝਤ ਸਭ ਸੰਗ। ਉਸ ਵੇਲੇ ਬਾਬਾ ਬਿਧੀ ਚੰਦ ਜੀ ਸਾਹਿਬ ਬੜੀ ਸੋਝੀ ਵਾਲੇ ਨੇ, ਕਿਉਂਕਿ ਹੋ ਸਕਦਾ ਇਹਨਾਂ ਵਿੱਚ ਵੀ ਕੋਈ ਚਲਾਕ ਹੁੰਦਾ। ਇਹ ਵੀ ਬਹਾਦਰ ਕੌਮਾਂ ਸਨ, ਇਹਨਾਂ ਨੇ ਰਾਜ ਜਿੱਤੇ ਸਨ, ਇਹ ਮੰਗੋਲ ਸਨ, ਇਹ ਵਿਦੇਸ਼ੀ ਸਨ। ਇਹਨਾਂ ਦੀ ਸ਼ੁਰੂਆਤ ਚੰਗੇਜ਼ ਖਾਨ ਤੋਂ ਸੀ। ਇਹਨਾਂ ਦਾ ਵਡਕਾ ਹਲਾਕੂ ਸੀ। ਇਹਨਾਂ ਨੇ ਚੀਨ ਨੂੰ ਫਤਹ ਕੀਤਾ, ਇਹਨਾਂ ਨੇ ਅੱਧਾ ਯੂਰਪ ਜਿੱਤਿਆ। ਯੂਰਪ ਨੂੰ, ਚੀਨ ਨੂੰ, ਜਾਪਾਨ ਨੂੰ ਜਿੱਤ ਕੇ ਹਿੰਦੁਸਤਾਨ ਵਿੱਚ ਆਏ ਸਨ ਇਹ ਮੰਗੋਲ। ਬਾਬਰ ਦੇ ਰਾਹੀਂ ਪਹਿਲੀ ਵਾਰ ਮਨਮਾੜ ਦੇ ਰਾਜੇ ਦੀ ਗਦਾਰੀ ਕਰਕੇ, ਇੱਕ ਹਿੰਦੂ ਰਾਜੇ ਦੀ ਗਦਾਰੀ ਕਰਕੇ ਇਹਨਾਂ ਨੇ ਦੇਸ਼ ਜਿੱਤੇ ਸਨ। ਔਰ ਏਸ਼ੀਆ ਦੇ ਉੱਪਰ ਇਹਨਾਂ ਦਾ ਰਾਜ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ। ਇਸ ਕਰਕੇ ਬੜੀ ਸੋਝੀ ਵਾਲੇ ਸਨ। ਤੇ ਹੋ ਸਕਦਾ ਇਹਨਾਂ ਵਿੱਚ ਵੀ ਕੋਈ ਐਸਾ ਹੁੰਦਾ ਜਿਹੜਾ ਬੇਤਬਾਰਾ ਹੁੰਦਾ, ਪੀਤੀ ਨਾ ਹੁੰਦੀ ਜਾਂ ਡੋਲੀ ਹੁੰਦੀ। ਇਸ ਕਰਕੇ ਚੰਗੀ ਤਰ੍ਹਾਂ ਕਨਫਰਮ ਵੀ ਕਰ ਰਹੇ ਨੇ ਬਾਬਾ ਬਿਧੀ ਚੰਦ ਜੀ ਸਾਹਿਬ। ਗੁਰੂ ਕੇ ਸਿੱਖ ਬੜੀ ਸੋਝੀ ਵਾਲੇ ਹੁੰਦੇ ਨੇ। ਧਰਮ ਦੇ ਗ੍ਰੰਥਾਂ ਵਿੱਚ ਲਿਖਿਆ ਕਿ ਸਭ ਤੋਂ ਸਿਆਣਾ ਮਨੁੱਖ ਹੈ ਜਾਨਵਰਾਂ ਦੇ ਵਿੱਚੋਂ। ਮਨੁੱਖਾਂ ਦੇ ਵਿੱਚੋਂ ਸਿਆਣਾ ਹੈ ਬਾਣੀਆਂ। ਰੁਪਈਆ ਰੁਪਈਆ ਬਚਾ ਕੇ ਉਹ ਸਾਰੇ ਸ਼ਹਿਰ ਦਾ ਮਾਲਕ ਬਣ ਜਾਂਦਾ। ਜਿਹਨੂੰ ਅਕਲ ਨਹੀਂ ਉਹ ਦੁਕਾਨ ਨਹੀਂ ਚਲਾ ਸਕਦਾ। ਜੋਸ਼ੀਲੇ ਬੰਦੇ ਨੇ ਕੀ ਦੁਕਾਨ ਚਲਾਉਣੀ ਹੈ, ਬੜੀ ਅਕਲ ਚਾਹੀਦੀ ਦੁਕਾਨ ਚਲਾਉਣ ਲਈ। ਜਿਨ੍ਹਾਂ ਕੌਮਾਂ ਵਿੱਚ, ਜਿਨ੍ਹਾਂ ਜਾਤਾਂ ਵਿੱਚ, ਜਿਨ੍ਹਾਂ ਸੰਪਰਦਾਇ, ਜਿਨ੍ਹਾਂ ਮਜ਼ਹਬਾਂ ਦੇ ਵਿੱਚ ਬਹਾਦਰੀ ਹੁੰਦੀ ਹੈ, ਉਹ ਖੇਤੀਬਾੜੀ ਤੇ ਕਰ ਲੈਂਦੇ ਨੇ, ਸਿਪਾਹੀ ਤੇ ਬਣ ਜਾਂਦੇ ਨੇ, ਜੰਗ ਜੋਤੇ ਜਿੱਤ ਲੈਂਦੇ ਨੇ, ਪਰ ਦੁਕਾਨਾਂ ਨਹੀਂ ਉਹਨਾਂ ਦੇ ਕੋਲੋਂ ਚੱਲਦੀਆਂ। ਉਹਦੇ ਲਈ ਬਹੁਤ ਸੂਖਮ ਬੁੱਧੀ ਚਾਹੀਦੀ। ਸਧਾਰਨ ਬੰਦੇ ਤੋਂ 100 ਗੁਣਾ ਵੱਧ ਕੇ ਸਿਆਣਾ ਬਾਣੀਆਂ ਹੁੰਦਾ। ਬਾਣੀਏ ਤੋਂ 100 ਗੁਣਾ ਵੱਧ ਕੇ ਸਿਆਣਾ ਸੁਨਿਆਰ ਨੂੰ ਦੱਸਦੇ ਨੇ। ਸੁਨਿਆਰਾ
ਬਾਣੀਆਂ ਤੋਂ ਵੀ ਵੱਧ ਕੇ ਸਿਆਣਾ ਹੁੰਦਾ। ਔਰ ਇੱਕ ਮੁਨਿਆਰ ਹੁੰਦਾ ਹੈ, ਉਹ ਖੇਹ ਵਿੱਚੋਂ ਸਵਾਹ ਵਿੱਚੋਂ ਵੀ ਸੋਨਾ ਛਾਣ ਲੈਂਦਾ ਹੈ। ਉਹ ਜਿਵੇਂ ਇੱਕ ਕਥਾ ਹੁੰਦੀ ਹੈ ਨਾ ਕਿ ਕੋਈ ਮੁਨਿਆਰ ਸੀ, ਕਿਸੇ ਬਾਦਸ਼ਾਹ ਦੇ ਕੋਲ ਗਿਆ ਸੀਗਾ, ਬੜੀ ਸੋਝੀ ਵਾਲਾ ਸੀ। ਉਹਨੇ ਦੇਖੀ ਖੇਹ ਵਿੱਚ ਸੋਨਾ ਹੈ, ਸਿਰ ਵਿੱਚ ਪਾ ਕੇ ਲੈ ਗਿਆ ਸੀਗਾ। ਘਰੇ ਜਾ ਕੇ ਉਹਨੇ ਝਾੜ ਝੰਬ ਕੇ ਉਹਦੇ ਵਿੱਚੋਂ ਹੀ ਤੋਲਾ ਕੱਢ ਲਿਆ ਸੀ। ਤੋਂ ਮੁਨਿਆਰ ਤੋਂ ਜ਼ਿਆਦਾ ਸਿਆਣਾ ਵਜ਼ੀਰ ਹੁੰਦਾ, ਵਜ਼ੀਰ ਤੋਂ ਜ਼ਿਆਦਾ ਸਿਆਣਾ ਜਿਹੜਾ ਰਾਜਾ ਹੁੰਦਾ, ਜਿਹੜਾ ਵਜ਼ੀਰ ਨੂੰ ਵੀ ਦਬ ਕੇ ਰੱਖਦਾ ਹੈ, ਦਬਕਾ ਕੇ ਰੱਖਦਾ। ਕਿਉਂਕਿ ਰਾਜ ਜਿਹੜਾ ਹੈ ਨਾ, ਇਹ ਅਕਲਾਂ ਤੋਂ ਬਿਨਾਂ ਨਹੀਂ ਰਹਿੰਦਾ ਹੈ। ਤੁਸੀਂ ਦੇਖ ਲਓ ਹਿੰਦੁਸਤਾਨ ਵਿੱਚ 80-90% ਰਾਜੇ ਜੋ ਹਨ ਪੋਲੀਟੀਸ਼ੀਅਨ, ਉਹ ਬਜ਼ੁਰਗ ਹਨ। ਉੱਥੇ ਜੋਸ਼ ਘੱਟ ਤੇ ਹੋਸ਼ ਜ਼ਿਆਦਾ ਚਾਹੀਦੀ ਹੈ। ਕਈ ਵਾਰੀ ਅਪਮਾਨ ਵੀ ਜਰਨਾ ਪੈਂਦਾ ਹੈ, ਅਪਮਾਨ ਕਰਾਉਣਾ ਵੀ ਪੈਂਦਾ ਹੈ, ਉਹਦੇ ਮਗਰ ਵੀ ਚਾਲ ਹੁੰਦੀ ਹੈ ਰਾਜਿਆਂ ਦੀ। ਸਧਾਰਨ ਬੰਦਾ ਇੱਕ ਕਦਮ ਦੀ ਸੋਚ ਕੇ ਚੱਲਦਾ ਹੈ, ਜਦੋਂ ਕਿ ਸਿਆਸਤਦਾਨ 100 ਕਦਮ ਦੀ ਸੋਚ ਕੇ ਚੱਲਦਾ ਹੈ। ਹਾਂ, ਤਕਦੀਰ ਸਾਥ ਨਾ ਦੇਵੇ ਤੇ ਉਲਟੀ ਪੈਂਦੀ ਹੈ, ਵੈਸੇ ਉਹ ਬੜੀ ਦੂਰ ਦੀ ਸੋਚਦਾ। ਤੋ ਜਿੱਥੇ ਜਾ ਕੇ ਰਾਜੇ ਦੀ ਅਕਲ ਸਮਾਪਤ ਹੋ ਜਾਂਦੀ ਹੈ, ਠੀਕ 10 ਕਦਮ ਅੱਗੇ ਜਾ ਕੇ ਇੱਕ ਧਰਮੀ ਬੰਦੇ ਦੀ ਅਕਲ ਸ਼ੁਰੂ ਹੋ ਜਾਂਦੀ ਹੈ। ਪਰ ਧਰਮੀ ਸਹੀ ਅਰਥਾਂ 'ਚ ਧਰਮੀ ਉਹ ਹੁੰਦਾ ਜੋ ਆਪਣੀ ਅਕਲ ਨੂੰ ਦੁਨਿਆਵੀ ਪਾਸੇ ਨਹੀਂ ਵਰਤਦਾ। ਜੇ ਕਿਤੇ ਧਰਮੀ ਬੰਦੇ ਰਾਜਨੀਤੀ ਕਰਨ ਤੇ ਆ ਜਾਣ ਨਾ, ਵਿਸ਼ਵਾਸ ਕਰਿਓ ਉਹਨਾਂ ਤੋਂ ਵੱਡਾ ਰਾਜਨੀਤੀ ਕੋਈ ਨਹੀਂ ਹੁੰਦਾ। ਉਹ ਬਿਮਾਰੀ ਅੱਜ ਆ ਗਈ ਸਾਡੇ ਵਿੱਚ। ਪਰ ਉਹ ਬੜਾ ਸੂਖਮ ਬੁੱਧੀ ਵਾਲਾ ਹੁੰਦਾ। ਉਹਨੂੰ ਭਗਤ ਜੀ ਨੇ ਕਿਹਾ, ਕਬੀਰ ਚਤੁਰਾਈ ਅਤ ਘਣੀ ਹਰ ਜਪ ਹਿਰਦੇ ਮਾਹੇ। ਬਹੁਤੀ ਚਤੁਰਾਈ ਚਾਹੀਦੀ, ਅਤ ਦੀ ਘਣੀ ਚਤੁਰਾਈ ਚਾਹੀਦੀ। ਜਿਹਨੇ ਨਾਮ ਜਪਣਾ, ਨਾਮ ਜਪਣ ਵਾਲਾ ਘੱਟ ਬੋਲਦਾ, ਭਜਨ ਕਰਦਾ, ਚੌਂਕੜਾ ਮਾਰਦਾ, ਸਰੀਰ ਢਿੱਲਾ ਛੱਡਦਾ। ਜਿਹੜਾ ਬੰਦਾ ਸਰੀਰ ਢਿੱਲਾ ਛੱਡਦਾ, ਨੇਤਰ ਬੰਦ ਕਰਦਾ, ਜੋ ਖਿਆਲ ਉਹਦੇ ਹਿਰਦੇ ਵਿੱਚ ਆਉਂਦੇ ਨੇ ਕਿਸੇ ਦੇ ਹਿਰਦੇ ਵਿੱਚ ਨਹੀਂ ਆ ਸਕਦੇ, ਕਿਸੇ ਦੇ ਹਿਰਦੇ ਵਿੱਚ ਨਹੀਂ ਆ ਸਕਦੇ। ਤਾਂ ਇਸ ਪ੍ਰਕਾਰ ਗੁਰਮੁਖਾਂ ਤੋਂ ਵੱਧ ਕੇ ਕੌਣ ਸਿਆਣਾ ਹੋ ਸਕਦਾ? ਨਾਮ ਜਪਣ ਵਾਲਿਆਂ ਤੋਂ। ਇਹ ਜਾਣਦੇ ਸਨ ਕਿ ਹੋ ਸਕਦਾ ਕਿ ਮੇਰੇ ਤੋਂ ਵੀ ਵੱਧ ਕੇ ਕੋਈ ਚਲਾਕ ਹੋਵੇ, ਤੇ ਚਲਾਕੀ ਹੋਣ ਨਹੀਂ ਦੇਣੀ, ਨੇ ਤੇ ਗੇਮ ਉਲਟੀ ਪੈ ਜਾਣੀ। ਇਸ ਕਰਕੇ ਕੀ ਕਰਦੇ ਨੇ, ਸੋ ਹੱਥ ਦੇ ਨਾਲ ਫੜ ਫੜ ਕੇ ਨਾ, ਬਾਹੋਂ ਪਕੜ ਬੂਝਤ ਸਭ ਸੰਗ, ਬਾਂਹ ਫੜ ਫੜ ਕੇ ਤੇ ਹਿਲਾ ਕੇ ਵੇਖਦੇ ਨੇ ਵੀ ਕੋਈ ਹੋਸ਼ ਵਿੱਚ ਤਾਂ ਨਹੀਂ ਹੈਗਾ। ਬੋਲੇ ਜਵੇ ਨਰ ਸੁਧ ਅੰਗ। ਔਰ ਚੰਗੀ ਤਰ੍ਹਾਂ ਦੇਖਦੇ ਨੇ ਵੀ ਵਾਕਈ ਚਾਹ ਕੇ ਵੀ ਬੋਲ ਨਹੀਂ ਪਾ ਰਿਹਾ, ਬੋਲਣਾ ਚਾਹੁੰਦਾ ਪਰ ਆਵਾਜ਼ ਕਿੱਥੋਂ ਨਿਕਲੇ ਹੁਣ। ਤਉ ਤਜ ਦੇਤ ਸਰਬ ਸੁਪਤਾਏ। ਜਦੋਂ ਦੇਖ ਲੈਂਦੇ ਨੇ ਬਾਬਾ ਜੀ ਕਿ ਚੰਗੀ ਤਰ੍ਹਾਂ ਬੇਸੁੱਧ ਹੋ ਗਿਆ, ਫਿਰ ਉਹਨੂੰ ਛੱਡ ਦਿੰਦੇ ਹਨ। ਇਸ ਤਰ੍ਹਾਂ ਸਾਰੇ ਪਰਖੇ ਹਨ। ਨਹ ਸੁਧ ਰਹੇ ਭਲੇ ਪਤਿਆਏ। ਚੰਗੀ ਤਰ੍ਹਾਂ ਦੇਖ ਲਿਆ ਆਪ ਜੀ ਨੇ ਕਿ ਹੁਣ ਇਹ ਬੇਸੁੱਧ ਹੋ ਗਏ ਨੇ, ਇਹ ਨਰਕਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਗਏ, ਹੋਰ ਦੁਨੀਆ ਵਿੱਚ ਚਲੇ ਗਏ ਹਨ। ਸ੍ਰੀ ਹਰਿ ਗੋਬਿੰਦ ਸਿਮਰਨ ਕਰ ਕੇ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿਮਰਿਆ। ਵਾਰ ਵਾਰ ਧਰ ਪਰ ਸਿਰ ਧਰ ਕੇ। ਤੇ ਵਾਰ ਵਾਰ ਅਕਾਲ ਤਖਤ ਸਾਹਿਬ ਵੱਲ ਮੁਖ ਕਰਕੇ ਲਾਹੌਰ ਵੱਲੋਂ ਤੇ ਨਮਸਕਾਰਾਂ ਕਰਦੇ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ, ਤੇਰੇ ਨਾਮ ਦੀ ਪੈਜ ਹੈ। ਲਾਜ ਰੱਖੋ ਨਿਜ ਬਿਰਦ ਕੀ ਜਗਤ ਕਹੈ ਸਿੱਖ ਨਾਮ। ਮਹਾਰਾਜ ਲੋਕ ਮੈਨੂੰ ਸਿੱਖ ਕਹਿੰਦੇ ਨੇ, ਆਪਣੇ ਬਿਰਦ ਬਾਣੇ ਦੀ ਲਾਜ ਰੱਖੀ ਮਹਾਰਾਜ। ਤੇਰਾ ਸ਼ੁਕਰ, ਤੇਰੇ ਸ਼ੁਕਰਾਨੇ, ਤੈਂ ਕਿਰਪਾ ਕੀਤੀ, ਮੈਨੂੰ ਸੇਵਾ ਦੇ ਯੋਗ ਬਣਾਇਆ। ਭਾਇਓ ਮੁਦਿਤ ਮਨ ਇਸ ਬਿਦ ਜਵੈ। ਕਹਿੰਦੇ ਇਸ ਪ੍ਰਕਾਰ ਜਦੋਂ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਸੋ ਨਿਸ਼ਚਿੰਤ ਹੋ ਗਏ ਹਨ, ਪ੍ਰਸੰਨ ਹੋ ਗਏ। ਜਨ ਕਾਰਜ ਕਰ ਲੀਨੋ ਸਭੈ। ਕਵੀ ਜੀ ਕਹਿੰਦੇ ਸਮਝ ਲਓ ਉਹਨਾਂ ਨੇ ਕਾਰਜ ਕਰ ਹੀ ਲਿਆ ਹੋਵੇ। ਹੁਣ ਤੇ ਉਹ ਆਮ ਕਹਾਵਤ ਨਾ, ਹਾਥੀ ਲੰਘਿਆ ਪੂਛ ਰਿਹਾ ਕੀ ਵਾਲੀ ਗੱਲ ਹੈ। ਹੁਣ ਤੇ ਸਾਰਾ ਕਾਰਜ ਹੋ ਗਿਆ। ਸਾਵਧਾਨ ਹੋਏ ਸਭ ਕੋ ਛੋੜਾ। ਉਸ ਵੇਲੇ ਸਾਵਧਾਨ ਸੁਚੇਤ ਹੋ ਕੇ ਸਾਰਿਆਂ ਨੂੰ ਛੱਡਿਆ ਹੈ। ਚਿਤ ਮੈਂ ਚਾਹਿਓ ਲੈਨ ਹਿਤ ਘੋਰਾ। ਉਹ ਚਿੱਤ ਵਿੱਚ ਚਾਹਿਆ ਕਿ ਹੁਣ ਇੱਕ ਘੋੜਾ ਜਿਹੜਾ ਹੈ ਉਹ ਮੈਂ ਅੱਜ ਦੀ ਰਾਤ ਚੜਨ ਛਿਪਣ ਤੋਂ ਪਹਿਲਾਂ ਇੱਥੋਂ ਲਿਜਾਣਾ ਹੈ। ਇਤ ਉਤ ਫਿਰ ਕਰ ਦੁਰਗ ਨਿਹਾਰਾ। ਇਧਰ ਉਧਰ ਫਿਰ ਕੇ ਆਪ ਜੀ ਨੇ ਪਹਿਲਾਂ ਕਿਲਾ ਦੇਖਿਆ ਕਿ ਕੋਈ ਕਿਲੇ ਵਿੱਚ ਗੁਪਤ ਸਿਪਾਹੀ ਜਾਂ ਹੋਰ ਕੋਈ ਸੁਰੱਖਿਆ ਦੇ ਨਾਲ ਸੰਬੰਧ ਰੱਖਦੀ ਕੋਈ ਗੱਲ ਹੋਵੇ। ਦੁਰ ਪਾਰੂ ਕਰਤ ਪੁਕਾਰਾ। ਕਿਲੇ ਵਿੱਚ ਕੋਈ ਵੀ ਨਹੀਂ ਹੈਗਾ, ਸਾਰੇ ਸੁੱਤੇ ਹੋਏ ਨੇ। ਕਿਲੇ ਤੋਂ ਬਾਰ-ਬਾਰ ਪਹਿਰੇਦਾਰ ਹਨ ਜਿਹੜੇ ਜਾਗਦੇ ਰਹੋ ਦੀ ਪੁਕਾਰ ਕਰਦੇ ਨੇ। ਹੱਥ ਵਿੱਚ ਬਰਛਾ ਫੜਿਆ ਹੋਇਆ ਤੇ ਕਿਲੇ ਦੀ ਦੀਵਾਰ ਦੇ ਨਾਲ ਮਹਾਰਾਜਾ ਖੜਕਾ ਦਿੰਦੇ ਨੇ, ਦੱਸ ਦਿੰਦੇ ਨੇ ਕਿ ਅਸੀਂ ਜਾਗਦੇ ਹਾਂ, ਕੋਈ ਚੋਰ ਚੱਕਾ ਨਾ ਲੰਘ ਆਵੇ। ਦੋਰਾ ਪਟਕਟ ਸੋ ਕਸ ਕਰ ਤਵੈ ਭਗਿਆ ਭਲੇ ਸੁਧਾਰ। ਉਸ ਵੇਲੇ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਆਪਣਾ ਕਮਰ ਕੱਸਾ ਕੀਤਾ ਹੈ। ਗੁਰੂ ਕੇ ਸਿੰਘਾਂ ਨੂੰ, ਪੰਥ ਨੂੰ ਇਹ ਕਮਰ ਕੱਸਾ ਬਣੇ ਆਉਂਦਾ,
ਪੁਰਾਤਨ ਗੁਰਸਿੱਖ ਸਾਰੇ ਕਮਰ ਕੱਸਾ ਸਜਾਇਆ ਕਰਦੇ ਸਨ। ਚੰਗੀ ਤਰ੍ਹਾਂ ਕਮਰ ਕੱਸਿਆ ਆਪ ਜੀ ਨੇ ਸਭ ਤੋਂ ਪਹਿਲਾਂ, ਔਰ ਉਸ ਤੋਂ ਬਾਅਦ ਆਪਣੀ ਦਸਤਾਰ ਜਿਹੜੀ ਹੈ ਉਹਨੂੰ ਚੰਗੇ ਅਤੇ ਸੋਹਣੇ ਤਰੀਕੇ ਦੇ ਨਾਲ ਆਪ ਜੀ ਨੇ ਸਨੱਧਬੱਧ ਕੀਤਾ ਹੈ। ਆਰੇ ਮੈਂ ਤਾਰੀ ਤਰੀ ਗਮਨਿਓ ਦਾਵ ਵਿਚਾਰ। ਜਿਸ ਆਲੇ ਵਿੱਚ, ਆਲਾ ਇਹ ਬੜਾ ਪੁਰਾਣਾ ਸ਼ਬਦ ਹੈ, ਪਹਿਲਾਂ ਇਹ ਹੁੰਦੇ ਸਨ ਆਲੇ, ਬਜ਼ੁਰਗਾਂ ਨੂੰ ਪਤਾ ਹੋਵੇਗਾ। ਜਿਸ ਆਲੇ ਵਿੱਚ ਚਾਬੀ ਸੀਗੀ ਉਧਰ ਗਏ ਹਨ ਦਾਵ ਵਿਚਾਰ ਕੇ, ਬੜੇ ਠੰਮੇ ਨਾਲ, ਦੱਬੇ ਦੱਬੇ ਪੈਰ। ਚੌਪਏ ਡਾਰਿਓ ਜਹਾਂ ਪ੍ਰਥਮ ਹੀ ਹਾਥ। ਕਹਿੰਦੇ ਜਿੱਥੇ ਆਲੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਹੱਥ ਪਾਇਆ ਹੈ। ਗੁਰ ਰਜਾਏ ਲਾਗੀ ਕਰ ਸਾਤ। ਕਹਿੰਦੇ ਦੇਖੋ ਗੁਰੂ ਦੀ ਰਜਾ, ਵੇਖੋ ਗੁਰੂ ਦੀ ਮੌਜ, ਗੁਰੂ ਕੀ ਕਲਾ। ਹੱਥ ਪਾਉਂਦਿਆਂ ਸਾਰ ਚਾਬੀ ਨੂੰ ਹੱਥ ਲੱਗਾ, ਨਹੀਂ ਤੇ ਇੱਕ ਹਨੇਰਾ ਹੋਵੇ, ਜਿੱਥੇ ਬੰਦੇ ਨੇ ਆਪ ਚੀਜ਼ ਰੱਖੀ ਹੋਵੇ ਉਹਨੂੰ ਲੱਭਣੀ ਸੌਖੀ ਹੈ। ਬਗਾਨੇ ਦੇ ਹੱਥਾਂ ਦੀ ਲੱਭੀ ਹੋਈ ਰੱਖੀ ਹੋਈ ਚੀਜ਼ ਲੱਭਦੀ ਵੀ ਨਹੀਂ ਹੁੰਦੀ। ਆਪਾਂ ਕਹਿੰਦੇ ਤੂੰ ਗਵਾਈ ਤੂੰ ਆਪ ਹੀ ਲੱਭ ਲਾ, ਤੂੰ ਰੱਖੀ ਤੂੰ ਆਪ ਦੇਖ ਲਾ ਕੇ, ਆਮ ਆਪਾਂ ਕਹਿੰਦੇ ਹਾਂ। ਤਾਂ ਇਸੇ ਪ੍ਰਕਾਰ ਉਹ ਰੱਖੀ ਤਾਂ ਚਾਬੀ ਰੱਖਣ ਵਾਲੇ ਵਿਸ਼ੇਸ਼ ਅਧਿਕਾਰੀ ਨੇ ਸੀ, ਪਰ ਗੁਰੂ ਕੀ ਕਲਾ ਦੇਖੋ, ਹੱਥ ਪਾਇਆ ਸਤਨਾਮ ਵਾਹਿਗੁਰੂ ਕਹਿ ਕੇ, ਤੇ ਵਹਿੰਦਿਆਂ ਸਾਰੀ ਚਾਬੀ ਹੱਥ ਆ ਗਈ ਹੈ। ਲੈ ਕਰ ਕੁਲਪ ਤੁਰਤ ਇਹ ਛੋਰਾ। ਉਸ ਵੇਲੇ ਬੜੀ ਛੇਤੀ ਦੇ ਨਾਲ ਉਹ ਚਾਬੀ ਜਿਹੜੀ ਹੈ ਉਹਨੂੰ ਜਿੰਦਰੇ ਵਿੱਚ ਮਿਲਾਇਆ ਹੈ। ਜਾਣੇ ਜੀਨ ਧਰੈ ਜਿਸ ਓਰਾ। ਔਰ ਉਸ ਪ੍ਰਕਾਰ ਬੜੇ ਆਰਾਮ ਦੇ ਨਾਲ ਉਹਨੂੰ ਜਿੰਦਰੇ ਨੂੰ ਖੋਲਿਆ ਹੈ। ਕਰਤ ਸਿੰਗਰ ਹੀ ਲੀਨ ਉਠਾਏ। ਤੇ ਜਾਣਿਆ ਹੈ ਜਿੱਥੇ ਜੀਨ ਰੱਖੀ ਹੋਈ ਸੀ, ਕਾਠੀ ਰੱਖੀ ਹੋਈ ਸੀ, ਬੜੀ ਛੇਤੀ ਦੇ ਨਾਲ ਉਹ ਕਾਠੀ ਤੋਸ਼ੇਖਾਨੇ ਵਿੱਚੋਂ ਕੱਢੀ ਹੈ ਦਿਲ ਭਾਗ ਨਿਕਟ ਤਬ ਜਾਏ। ਔਰ ਉਹ ਕਾਠੀ ਜਿਹੜੀ ਲਿਆ ਕੇ ਸੋ ਉਹਦੇ ਨਾਲ ਗਹਿ ਗਰੀਵਾ ਪਰ ਬਾਗ ਟਿਕਾਈ। ਸੋ ਫੜ ਕੇ ਘੋੜੇ ਦੀ ਜਿਹੜੀ ਗਰੀਵਾ ਹੈ ਦਿਲਬਾਗ ਨਿਕਟ ਤਬ ਜਾਏ। ਦੋ ਘੋੜੇ ਸਨ, ਦਿਲਬਾਗ ਅਤੇ ਗੁਲਬਾਗ। ਜਿਹੜਾ ਦਿਲਬਾਗ ਨਾਮੇ ਘੋੜਾ ਹੈ ਉਹਦੇ ਕੋਲ ਗਏ ਹਨ ਜੀਨ ਲੈ ਕੇ, ਕਾਠੀ ਲੈ ਕੇ। ਰੇਸ਼ਮ ਡੋਰ ਛੋਰਨ ਕਰੇ। ਤੇ ਰੇਸ਼ਮ ਦੀਆਂ ਡੋਰਾਂ ਦੇ ਨਾਲ ਬੱਧਾ ਹੋਇਆ ਸੀ ਘੋੜਾ, ਉਹਦੀਆਂ ਡੋਰਾਂ ਜੋ ਹਨ ਛੱਡੀਆਂ ਹਨ। ਦੇਤ ਦਿਲਾਸੋ ਧੀਰਜ ਧਰੇ। ਥਾਪੜਾ ਦਿੱਤਾ ਗਰਦਨ ਤੇ, ਹੱਥ ਫੇਰ ਕੇ ਕਿਹਾ ਫਿਕਰ ਨਾ ਕਰ, ਹੁਣ ਜਿਹਦੀ ਵਸਤੂ ਸੀ ਉਹਦੇ ਕੋਲ ਜਾ ਰਹੀ ਹੈ। ਤੇਰੀ ਤਮੰਨਾ ਸੀ ਨਾ ਕਿ ਹਲਤ ਪਲਤ ਕੇ ਰੱਖਿਅਕ ਲੋਕ ਪਰਲੋਕ ਕੇ ਸਹਾਇਕ ਸਤਿਗੁਰੂ ਦਲ ਭੰਜਨ ਪਰਉਪਕਾਰੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛਠਮ ਪੀਰ ਤੇਰੇ ਤੇ ਅਸਵਾਰ ਹੋ ਕੇ ਤੇਰੀ ਇਸ ਜੂਨ ਨੂੰ ਸਫਲ ਕਰਨ, ਜਦ ਤੇਰੀ ਤਮੰਨਾ ਪੂਰੀ ਹੋ ਰਹੀ, ਫਿਕਰ ਨਾ ਕਰ। ਹੁਣ ਧੀਰਜ ਦਿੱਤਾ, ਹੌਸਲਾ ਦਿੱਤਾ ਦਿਲਬਾਗ ਨੂੰ। ਤਦ ਛਿਨ ਕਬ ਕਾ ਛੋਰਨ ਕਰੇ। ਔਰ ਬੜੀ ਛੇਤੀ ਦੇ ਨਾਲ ਜਿਹੜੀ ਉਹ ਲਗਾਮ ਸੀ ਹੱਥ ਉਹਦੇ ਮੂੰਹ ਵਿੱਚ ਪਾਉਣ ਵਾਲੀ, ਸੋ ਮੁਖ ਪਹਿਰਾਈ, ਉਹ ਲਗਾਮ ਮੁਖ ਵਿੱਚ ਪਾਈ ਹੈ। ਗੈ ਗਰੀਬਾ ਪਰ ਬਾਗ ਟਿਕਾਏ। ਤੇ ਧੌਣ ਫੜ ਕੇ ਉਹਦੀ ਬਾਗ ਜਿਹੜੀ ਸੀ ਉਹ ਧੌਣ ਉੱਪਰ ਟਿਕਾ ਦਿੱਤੀ ਹੈ। ਤਾਰੂ ਡਾਰ ਜੀਨ ਕਰ ਇਹ ਲੈਣਾ। ਕਿੱਡੀ ਸੋਹਣੀ ਸਮਝ ਲਓ ਵੀਡੀਓ ਬਣਾ ਰਹੇ ਨੇ ਮਹਾਕਵੀ ਸੰਤੋਖ ਸਿੰਘ ਸਾਹਿਬ ਜੀ। ਤੇ ਸਭ ਤੋਂ ਪਹਿਲਾਂ ਤਾਰੂ ਉਹ ਕੱਪੜੇ ਨੂੰ ਕਹਿੰਦੇ ਨੇ ਜੋ ਕਾਠੀ ਦੇ ਥੱਲੇ ਪਾਉਂਦੇ ਨੇ। ਦਾਸ ਨੇ ਪਰਸੋਂ ਵੀ ਕੱਲ ਵੀ ਅਰਜ਼ ਕੀਤੀ ਸੀਗੀ ਵੀ ਜਿਹੜਾ ਘੋੜੇ ਦਾ ਪਸੀਨਾ ਹੁੰਦਾ ਉਹ ਮਨੁੱਖੀ ਸਰੀਰ ਦੀ ਜਿਹੜੀ ਸਕਿਨ ਆ, ਸਾਡੀ ਚਮੜੀ ਆ, ਉਹਦੇ ਤੇ ਉਹ ਅਮਲ ਕਰਦਾ ਹੈ। ਤੋ ਉਹਦਾ ਰੰਗ ਵੀ ਹੁੰਦਾ ਹੈ, ਚਿੱਟੇ ਬਸਤਰ ਹੋਣ ਕਸ਼ਹਿਰਾ ਇਤਿਆਦਿਕ, ਉਹ ਉਤਰਦਾ ਵੀ ਨਹੀਂ ਹੈ। ਜੇ ਕਾਟਨ ਦਾ ਕੱਪੜਾ ਹੋਵੇ, ਦਾਸ ਨੂੰ ਥੋੜ੍ਹਾ ਤਜਰਬਾ ਹੈ ਗੁਰੂ ਗਰੀਬ ਨਵਾਜ ਮਹਾਰਾਜ ਦੀ ਬਖਸ਼ਿਸ਼ ਦੇ ਨਾਲ। ਸੋ ਸ਼ਾਸਤਰ ਵਿਦਿਆ ਵੀ, ਸ਼ਸਤਰ ਵਿਦਿਆ ਵੀ ਪੰਥ ਦੇ ਵਾਲੀ ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਖਾਲਸੇ ਨੂੰ ਬਖਸ਼ੀ ਹੈ। ਤੋ ਉਹ ਥੱਲੇ ਕਾਠੀ ਦੇ ਥੱਲੇ ਕੱਪੜਾ ਸਜਾਇਆ ਕਰਦੇ ਸਨ, ਕਿਉਂਕਿ ਕਾਠੀ ਜਿਹੜੀ ਸੀ ਸੋਨੇ ਦੀ ਸੀ, ਹੀਰਿਆਂ ਦੀ ਜੜਤਕਾਰੀ ਸੀ, ਤੇ ਕਿਸੇ ਪ੍ਰਕਾਰ ਦੀ ਖੇਚਲ ਵੀ ਘੋੜੇ ਨੂੰ ਨਾ ਹੋਵੇ, ਹਰ ਪ੍ਰਕਾਰ ਦੀ ਸੁਰੱਖਿਆ ਬਣੀ ਰਹੇ। ਪਹਿਲਾਂ ਉਹ ਕੱਪੜਾ ਤੇ ਉੱਪਰ ਕਾਠੀ ਜਿਹੜੀ ਜੀਨ ਜੋ ਹੈ ਉਹ ਪਾਈ ਹੈ। ਪੇਟ ਤੁਰੰਗਮ ਕੀ ਧਰ ਦੀਨ। ਤੇ ਘੋੜੇ ਦੀ ਪਿੱਠ ਦੇ ਉੱਪਰ ਉਹ ਕਾਠੀ ਗੁਰੂ ਨਾਨਕ ਦਾ ਨਾਮ ਲੈ ਕੇ ਧਰੀ ਹੈ। ਹੁਤੋ ਪਟੰਬਰ ਕੋ ਮਿਰਦ ਤੰਗ। ਤੇ ਰੇਸ਼ਮ ਦੇ ਕੱਪੜੇ ਦੀ ਤੰਗ, ਉਹ ਸੋ ਕੱਸਣ ਵਾਲਾ, ਅੱਜ ਦੀ ਭਾਸ਼ਾ ਵਿੱਚ ਬਲਟ ਕਹਿ ਲਓ ਉਹਨੂੰ ਆਪਾਂ, ਉਹ ਬਲਟ ਹੁੰਦੀ ਸੀ ਜਿਹਦੇ ਨਾਲ ਉਹ ਕਾਠੀ ਨੂੰ ਕੱਸਦੇ ਸਨ। ਉਹ ਵੀ ਰੇਸ਼ਮ ਦੇ ਕੱਪੜੇ ਦੀ ਬਣੀ ਹੋਈ ਡੋਰ ਸੀਗੀ। ਖੈਂਚ ਡਾਰ ਖੈਂਚਿਓ ਬਲ ਸੰਗ। ਤੇ ਉਹਨੂੰ ਖਿੱਚ ਕੇ ਖਿੱਚ ਪਾਈ ਹੈ ਬੜੇ ਜ਼ੋਰ ਦੇ ਨਾਲ, ਕਿਉਂਕਿ ਛਲਾਂਗ ਮਰਾਉਣੀ ਹੈ, ਉਹ ਕਾਠੀ ਉੱਪਰ ਥੱਲੇ ਨਾ ਹੋਵੇ ਤੇ ਆਸਣ ਜਿਹੜਾ ਹੈ ਉਚਕੇ ਨਾ। ਰਾਮੀ ਕਰ ਰਕਾਬ ਨਗ ਜਰੇ। ਤੇ ਉਹ ਰਕਾਬ ਜਿਹੜੀ ਸੋਨੇ ਦੀ ਬਣੀ ਹੈ ਜੀ,
ਜਿਹਦੇ ਵਿੱਚ ਹੀਰਿਆਂ ਦੀ ਜੜਤਕਾਰੀ ਹੈ। ਦੋਨੋਂ ਦਿਸ ਲਰਕਾਵਨ ਉਹ ਕਰੇ। ਰਕਾਬ ਜਿਹਦੇ ਉੱਪਰ ਅਸਵਾਰ ਆਪਣਾ ਪੈਰ ਰੱਖ ਕੇ ਤੇ ਛਲਾਂਗ ਮਾਰ ਕੇ ਅਸਵਾਰੀ ਕਰਦੇ ਨੇ, ਔਰ ਅਸਵਾਰੀ ਦੇ ਸਮੇਂ ਜਿਹਦੇ ਵਿੱਚ ਪੈਰ ਅਟਕਾ ਕੇ ਰੱਖਦੇ ਨੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੀ ਰਕਾਬ ਦੇ ਦਰਸ਼ਨ ਦਾਸ ਨੇ ਪਾਏ ਸੀ, ਨਾਮ ਭੁੱਲ ਗਿਆ ਜਗ੍ਹਾ ਦਾ। ਸੋ ਗਰੀਬ ਨਵਾਜ ਮਹਾਰਾਜ ਦੀ ਰਕਾਬ। ਸੋ ਇਸ ਪ੍ਰਕਾਰ ਉਹ ਰਕਾਬ ਸੀ ਜਿਹਦੇ ਉੱਪਰ ਅਸਵਾਰੀ ਵੇਲੇ ਆਪਣਾ ਚਰਨ ਅਟਕਾ ਲੈਂਦੇ ਸਨ ਤਾਂ ਕਿ ਪੈਰ ਨੂੰ ਕਿਸੇ ਪ੍ਰਕਾਰ ਦੀ ਖਿੱਚਲ ਨਾ ਹੋਵੇ। ਉਹ ਰਕਾਬ ਵੀ ਸੋਨੇ ਦੀ ਹੈ, ਹੀਰਿਆਂ ਦੀ ਜੜਤਕਾਰੀ ਹੈ। ਉਹਨੂੰ ਦੋਨੇ ਪਾਸੇ ਆਪ ਜੀ ਨੇ ਅੜਾ ਦਿੱਤਾ ਹੈ। ਦੁਮਚੀ ਦੁਮਚੀ ਮੈਂ ਪਹਿਰਾਏ। ਤੇ ਇੱਕ ਦੁਮਚੀ, ਦੁਮਚੀ ਵੈਸੇ ਪੂਛ ਨੂੰ ਕਹਿੰਦੇ ਨੇ, ਤੇ ਇੱਕ ਸੋ ਪੂਛ ਵਿੱਚ ਸੋ ਸਜਾਉਣ ਵਾਲਾ ਗਹਿਣਾ ਕਹਿ ਲਓ। ਇਹ ਜਿਹੜੀ ਕਾਠੀ ਹੁੰਦੀ ਹੈ, ਕਾਠੀ ਦੇ ਉੱਪਰ ਜਿਹੜਾ ਆਸਣ ਹੁੰਦਾ ਨਾ, ਜਿਹਨੂੰ ਗੱਦੀ ਕਹਿ ਲਓ, ਉਸ ਆਸਣ ਦੇ ਨਾਲ ਇੱਕ ਡੋਰ ਬੱਧੀ ਹੁੰਦੀ ਜਿਹੜੀ ਬੈਕ ਸਾਈਡ ਨੂੰ ਜਾਂਦੀ। ਇੱਕ ਪਾਸੇ ਉਹ ਕਾਠੀ ਦੇ ਨਾਲ ਗੱਦੀ ਦੇ ਨਾਲ ਬੱਧੀ ਹੁੰਦੀ ਤੇ ਦੂਸਰੇ ਪਾਸੇ ਉਹਨੂੰ ਪੂਛ ਦੇ ਵਿੱਚ ਅੜਾ ਦਿੰਦੇ ਹਨ ਤਾਂ ਕਿ ਘੋੜੇ ਨੂੰ ਕਿਸੇ ਤਰ੍ਹਾਂ ਦੀ ਖੇਚਲ ਨਾ ਹੋਵੇ ਕਿਰਿਆ ਤੇ ਆਦਿ ਕਰਨ ਵਿੱਚ, ਤੇ ਕਾਠੀ ਨੂੰ ਵੀ ਜਿਹੜੀ ਕਸ ਬਣੀ ਰਵੇ ਤੇ ਘੋੜੇ ਦਾ ਸਰੀਰ ਵੀ ਜਿਹੜਾ ਉਹ ਕੱਸਿਆ ਰਹੇ। ਉਹ ਦੁਮਚੀ ਜਿਹੜੀ ਹੈ, ਦੁਮਚੀ ਵਿੱਚ ਉਹਨੂੰ ਫਿੱਟ ਕੀਤਾ, ਪੂਛ ਵਿੱਚ ਫਿੱਟ ਕੀਤਾ। ਚਰਨ ਪਿਛਾਰੇ ਤੁਰਤ ਛੁਰਾਏ। ਔਰ ਇਸ ਪ੍ਰਕਾਰ ਘੋੜੇ ਦੇ ਪੈਰ ਨਾ ਪਹਿਲਾਂ ਪਿੱਛੇ ਨੂੰ ਬੰਨ੍ਹਿਆ ਕਰਦੇ ਸਨ। ਸੋ ਉਹਦਾ ਕਾਰਨ ਹੁੰਦਾ ਕਿਤੇ ਘੋੜੇ ਦਾ ਸੋ ਜਿਹੜੀ ਛਾਤੀ ਹੈ ਚੌੜੀ ਹੁੰਦੀ ਹੈ, ਜਿੰਨਾ ਘੋੜੇ ਦਾ ਆਸਨ ਵੱਡਾ ਹੋਵੇਗਾ ਉਹਨਾਂ ਸਵਾਰ ਨੂੰ ਸੋਹਣਾ, ਔਰ ਉਹਦੇ ਸਰੀਰ ਦੇ ਇਹਦੇ ਵਿੱਚ ਬਹੁਤ ਵੱਡੇ ਕਾਰਨ ਨੇ। ਅਕਸਰ ਤੁਸੀਂ ਇਹ ਵੇਖਿਆ ਹੋਵੇਗਾ, ਅਗਲੇ ਪਾਸੇ ਘੋੜੇ ਨੂੰ ਬੱਧਾ ਹੁੰਦਾ ਖੁਰਲੀ ਇਤਿਆਦਿਕ ਦੇ ਨਾਲ, ਤੇ ਮਗਰ ਉਹਦੇ ਜਿਹੜੇ ਖੁਰ ਹੁੰਦੇ ਨੇ, ਪੈਰ ਹੁੰਦੇ ਨੇ, ਚਰਨ, ਉਹ ਵੀ ਬੰਨ੍ਹ ਦਿੰਦੇ ਹਨ। ਤੇ ਚਰਨ ਪਿਛਾਰੀ ਤੁਰਤ ਛੁਰਾਈ, ਜਿਹੜੇ ਪੈਰ ਪਿੱਛੇ ਨੂੰ ਬੱਧੇ ਸਨ ਉਹ ਵੀ ਬੜੇ ਆਰਾਮ ਦੇ ਨਾਲ ਛੁਡਾ ਲਏ। ਵੈਸੇ ਉਹ ਪੈਰ ਬੰਨ੍ਹਣੇ ਤੇ ਛਡਾਉਣੇ ਉਹ ਵੀ ਇੱਕ ਕਲਾ ਹੀ ਹੁੰਦੀ ਹੈ, ਕਿਉਂਕਿ ਘੋੜੇ ਨੂੰ ਪਿੱਛੇ ਨਹੀਂ ਦਿਖਦਾ, ਤੇ ਪਿੱਛੇ ਜਦੋਂ ਕੋਈ ਆਉਂਦਾ ਹੋਵੇ ਘੋੜਾ ਉਹ ਤੋਂ ਥੋੜ੍ਹਾ ਜਿਹਾ ਡਰ ਮਹਿਸੂਸ ਕਰਦਾ ਹੈ, ਉਹ ਪਛੰਡਾ ਵੀ ਮਾਰਦਾ ਹੈ, ਦੁਲੱਤਾ ਵੀ ਮਾਰਦਾ। ਵੈਸੇ ਪਛੰਡਾ ਹੋਰ ਹੁੰਦਾ, ਦੁਲੱਤਾ ਹੋਰ ਹੁੰਦਾ। ਦੁਲੱਤਾਂ ਦਾ ਮਤਲਬ ਉਹ ਤਾਂ ਦੋ ਲੱਤਾਂ ਇਕੱਠੀਆਂ ਮਾਰਨੀਆਂ, ਤੇ ਪਛੰਡਾ ਇੱਕ ਹੁੰਦਾ। ਇਸ ਪ੍ਰਕਾਰ ਉਹ ਜਿਹੜੇ ਪੈਰ ਬੱਧੇ ਸਨ ਪਿੱਛੇ ਉਹ ਵੀ ਛਡਾਏ ਹਨ। ਧਰ ਗੁਰ ਧਿਆਨ ਸਿਮਰ ਸਤਨਾਮ। ਉਸ ਵੇਲੇ ਮਹਾਰਾਜ ਦਾ ਧਿਆਨ ਧਰਿਆ ਤੇ ਸਤਨਾਮ ਸ੍ਰੀ ਵਾਹਿਗੁਰੂ ਆਖਿਆ ਹੈ। ਕਰੋ ਸਪੂਰਨ ਆਪਣੋ ਕਾਮ। ਬੇਨਤੀ ਕੀਤੀ, ਮਹਾਰਾਜ ਤੇਰਾ ਕਾਜ ਆ, ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ, ਸੋਈ ਵਰਤੈ ਜਗ ਜੇ ਕੀਆ ਤੁਧ ਧੁਰੇ। ਤੇਰੇ ਕੰਮ ਮਹਾਰਾਜ ਤੇਰੇ ਗੋਚਰੇ ਨੇ, ਮੇਰੇ ਵੱਸ ਦੀ ਕਿੱਥੋਂ ਗੱਲ ਹੈ ਮਹਾਰਾਜ। ਜਿਸ ਕਾ ਕਾਰਜ ਤਿਨੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਸ਼ੁਕਰ ਕੀਤਾ ਹੈ। ਹੋਤ ਬੇਅਦਬੀ ਮੋਤੇ ਜੋਏ। ਇਹ ਭਜਨ ਕੀਤਾ ਮਹਾਰਾਜ, ਮੇਰੇ ਤੋਂ ਬਹੁਤ ਵੱਡੀ ਬੇਅਦਬੀ ਹੋਣ ਲੱਗੀ ਹੈ। ਦੇਹੋ ਤਨਖਾਹ ਬੰਦ ਕਰ ਦੋਏ। ਤੇ ਮਹਾਰਾਜ ਮੈਂ ਹੱਥ ਬੰਨ੍ਹ ਕੇ ਮੈਂ ਤਨਖਾਹ ਦਿਆਂਗਾ, ਮੈਂ ਤੇਰਾ ਤਨਖਾਹੀਆਂ ਹਾਂ ਸਤਿਗੁਰੂ, ਮੈਂ ਤੇਰਾ ਦੇਣਦਾਰ ਹਾਂ ਤੇ ਮੈਂ ਤੇਰਾ ਦੇਣਾ ਦੇਵਾਂਗਾ। ਬੇਅਦਬੀ ਕੀ ਹੈ? ਪੰਜ ਰਜਤ ਪੜਨ ਕੋ ਪੰਚਾ ਮਿਰਤ। ਔਰ ਕਿਹਾ ਕਿ 5 ਰੁਪਏ ਦਾ ਕੜਾਹ ਪ੍ਰਸ਼ਾਦ ਮੈਂ ਭੇਟ ਕਰਾਂਗਾ, ਮੇਰੀ ਤਨਖਾਹ ਹੈ। ਅਰਪੋ ਮੈਂ ਬਖਸ਼ਾਵਨ ਕੇ ਹਿਤ। ਔਰ ਬਖਸ਼ਾਉਣ ਦੇ ਵਾਸਤੇ 5 ਰੁਪਈਆਂ ਦਾ ਕੜਾਹ ਪ੍ਰਸ਼ਾਦ ਦੇਵਾਂਗਾ, ਸੁਖਣਾ ਸੁਖੀ ਹੈ। ਗੁਰ ਹੈ ਪਰ ਮੈਂ ਪੂਰਵ ਚਰਹੁ। ਹਾਂ, ਇਹ ਗੁਸਤਾਖੀ ਕੀ ਸੀ ਕਿ ਆਪ ਜੀ ਤੋਂ ਪਹਿਲਾਂ ਆਪ ਜੀ ਦੇ ਘੋੜੇ ਤੇ ਸਵਾਰ ਹੋਣਾ। ਦਾਸ ਨੇ ਬੇਨਤੀ ਕੀਤੀ ਸੀ, ਗੁਰਸਿੱਖ ਸਤਿਗੁਰਾਂ ਦੇ ਨਾਮ ਤੇ ਘੋੜੇ ਸਜਾ ਕੇ ਰੱਖਿਆ ਕਰਦੇ ਸਨ, ਉਹ ਤੇ ਸਤਿਗੁਰੂ ਹੀ ਸਵਾਰ ਹੁੰਦੇ ਸਨ। ਅੱਜ ਵੀ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਗੁਰ ਦਸਵੇਂ ਪਾਤਸ਼ਾਹ ਮਹਾਰਾਜ ਦੇ ਨਾਮ ਦਾ ਅਲਬੇਲਾ ਦਰਗਾਹੀ ਘੋੜਾ ਉੱਤੇ ਕੋਈ ਅਸਵਾਰੀ ਨਹੀਂ ਕਰਦਾ। ਮਹਾਰਾਜ ਵਾਸਤੇ ਤਿਆਰ ਕਰਕੇ ਹਰ ਰੋਜ਼ ਸਤਿਗੁਰਾਂ ਦੇ ਪਾਵਨ ਸੱਚਖੰਡ ਦਰਬਾਰ ਦੇ ਸਾਹਮਣੇ ਲਿਆ ਕੇ ਘੋੜੇ ਨੂੰ ਸਜਾਉਂਦੇ ਨੇ, ਔਰ ਘੋੜਾ ਖੁਰ ਮਾਰਦਾ ਰਹਿੰਦਾ, ਸਿਰ ਝੁਕਾਉਂਦਾ ਰਹਿੰਦਾ। ਗੁਰ ਦਸਵੇਂ ਪਾਤਸ਼ਾਹ ਮਹਾਰਾਜ ਦੇ ਸਿੰਘਾਸਨ ਨੂੰ ਪੰਥ ਗੁਰੂ ਕੀ ਸੰਗਤ ਵੀ ਜਾ ਕੇ ਦਰਸ਼ਨ ਕਰਦੀ ਹੈ ਤੇ ਤਸਵੀਰਾਂ ਵੀ ਖਿੱਚ ਕੇ ਸੋ ਆਪਣੇ ਧੰਨ ਭਾਗ ਮਹਿਸੂਸ ਕਰਦੀ ਹੈ। ਇਸ ਪ੍ਰਕਾਰ ਸਤਿਗੁਰਾਂ ਦੇ ਨਾਮ ਦੇ ਵੀ ਘੋੜੇ ਗੁਰਸਿੱਖ ਸਜਾ ਕੇ ਰੱਖਦੇ, ਉੱਤੇ ਕੋਈ ਅਸਵਾਰੀ ਨਾ ਕਰਦਾ ਕਿ ਮੇਰੇ ਸਤਿਗੁਰਾਂ ਦੇ ਹੀ ਇਹ ਅਸਵਾਰੀ ਹੈ। ਤੇ ਕਿਹਾ ਮਹਾਰਾਜ ਮੈਂ ਗੁਸਤਾਖੀ ਕੀਤੀ ਹੈ ਗਰੀਬ ਨਿਵਾਜ। ਕਾਜ ਸਰੈ ਨ ਜਾਂ ਤੇ ਕਰ। ਪਰ ਮਹਾਰਾਜ ਮਜਬੂਰੀ ਹੈ ਨਾ, ਹੁਣ ਇਹ ਕੰਮ ਕੀਤੇ ਬਿਨਾ ਗੱਲ ਵੀ ਨਹੀਂ ਬਣਨੀ ਹੈ। ਹੁਣ ਦਈ ਪ੍ਰਦਰਸ਼ਨਾ ਫਿਰ ਚਹੁਆਸ। ਫਿਰ ਇਸ ਤਰ੍ਹਾਂ ਘੋੜੇ ਨੂੰ ਤਿਆਰ ਕਰਕੇ ਗੁਰੂ ਕਾ ਸਵਾਰਾ ਜਾਣ ਕੇ ਪ੍ਰਦਖਣਾ ਕੀਤੀ ਹੈ। ਵੇਖੋ ਸਿੱਖ ਕੋਈ ਇਦਾਂ ਨਹੀਂ ਹੈਗਾ ਵੀ ਸੋ ਹੌਸਲਾ ਹਾਰਿਆ ਹੈ, ਸਿਦਕ ਪੂਰਾ, ਭਾਵਨਾ ਪੂਰੀ ਹੈ। ਉਹ ਸਿੱਖ ਹੀ ਕਹਦਾ ਜਿਹੜਾ ਕਾਲੀ ਕਾਲੀ ਵਿੱਚ ਗੁਰੂ ਕਾ ਸਨਮਾਨ ਹੀ ਭੁੱਲ ਜਾਵੇ, ਗੁਰੂ ਕੀ ਮਰਜ਼ਾਦਾ ਹੀ ਭੁੱਲ ਜਾਵੇ, ਉਹ ਸਿੱਖ ਥੋੜ੍ਹਾ ਨਾ ਹੋ ਸਕਦਾ। ਇਹਦਾ ਮਤਲਬ ਉਹਦੇ ਹਿਰਦੇ ਵਿੱਚ ਅਜੇ ਪਰਪੱਕਤਾ ਨਹੀਂ ਹੈਗੀ।
ਪੂਰੀ ਪ੍ਰੌੜਤਾ ਨਹੀਂ ਹੈਗੀ, ਉਹਦੇ ਅੰਦਰ ਮੈਚੋਰਿਟੀ ਨਹੀਂ ਹੈਗੀ, ਸਮਝ ਲਓ। ਸੋ ਇੰਨਾ ਦੁਸ਼ਮਣ ਦੇ ਕਿਲੇ ਵਿੱਚ ਜੀ ਦੁਸ਼ਮਣ ਦੇ ਕਿਲੇ ਵਿੱਚ ਘੋੜੇ ਨੂੰ ਦੜਾਉਣਾ, ਛਲਾਂਗ ਮਰਾਉਣੀ, ਬਾਵਜੂਦ ਇਹਦੇ ਅਰਦਾਸ ਕੀਤੀ, ਸਤਿਨਾਮ ਵਾਹਿਗੁਰੂ ਆਖਿਆ, ਸੁਖਣਾ ਸੁਖੀ ਤੇ ਪ੍ਰਦਖਣਾ ਤੇ ਨਮਸਕਾਰ ਕੀਤੀ ਗੁਰੂ ਕਾ ਸਵਾਰਾ ਜਾਣ ਕੇ। ਬੰਦਦ ਭਇਓ ਚਰਨ ਕੇ ਪਾਸ, ਔਰ ਚਰਨਾਂ ਵਾਲੇ ਪਾਸੇ ਨਮਸਕਾਰ ਕੀਤੀ ਗੁਰੂ ਕਾ ਸਵਾਰਾ ਜਾਣ ਕੇ ਪ੍ਰਦਖਣਾ ਕਰਨ ਉਪਰੰਤ। ਲੈ ਸਤਨਾਮ ਤੁਰੰਗ ਅਰੂੜਾ, ਕਹਿੰਦੇ ਇਸ ਪ੍ਰਕਾਰ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਘੋੜੇ ਤੇ ਸਵਾਰ ਹੋਏ। ਹੋ ਤੋ ਜੀਨ ਮੈਂ ਤਾ ਚਾਬੁਕ ਰੂੜਾ, ਔਰ ਕਹਿੰਦੇ ਜ਼ੀਨ ਕਾਠੀ ਵਿੱਚ ਚਾਬਕ ਸੀ ਬਹੁਤ ਸੁੰਦਰ, ਕੰਚਨ ਦੰਡ ਜਵਾਹਰ ਜਰਿਓ, ਉਹ ਚਾਬਕ ਸੀ ਚਮੜੇ ਦੀ, ਤੇ ਉਹਦਾ ਡੰਡਾ ਜਿਹੜਾ ਸੀਗਾ ਮੁਸ਼ਟ ਜੋ ਸੀ ਸੋ ਹੈਂਡਲ ਉਹ ਸੋਨੇ ਦਾ ਸੀਗਾ। ਸੋ ਵਿਧੀਏ ਕਰ ਧਾਰਨ ਤੇ ਕਰਿਓ, ਬਾਬਾ ਬਿਧੀ ਜਾਂਜੀ ਸਾਹਿਬ ਜੀ ਨੇ ਉਹ ਕੰਚਨ ਜਰਤ ਜਿਹਦੇ ਵਿੱਚ ਹੀਰਿਆਂ ਦੀ ਜੜਤਕਾਰੀ ਹੈ ਉਹ ਸੋਟਾ ਆਪਣੇ ਹੱਥ ਵਿੱਚ ਲਿਆ ਹੈ। ਇਤੋਤ ਕੁਛ ਫੇਰਿਓ ਤਬ ਘੋਰਾ, ਪਹਿਲਾਂ ਘੋੜੇ ਨੂੰ ਇੱਧਰ ਉੱਧਰ ਫੇਰਿਆ ਹੈ, ਉਹਦਾ ਸਰੀਰ ਗਰਮਾਇਸ਼ ਵਿੱਚ ਲਿਆਂਦਾ ਹੈ। ਧੁੰਦ ਵਿਸਾਲ ਕੀਨ ਬੜ ਜੋਰਾ, ਤੇ ਫਿਰ ਘੋੜੇ ਨੂੰ ਕ੍ਰੋਧ ਵਿੱਚ ਬੀ ਰਸ ਵਿੱਚ ਲਿਆਂਦਾ ਕਿ ਸਰੀਰ ਉਹਦਾ ਗਰਮ ਤਾਸੀਰ ਵਿੱਚ ਆ ਜਾਵੇ। ਦੁਰਗ ਕੰਧ ਜੋ ਹੋਤੀ ਟਪਾ ਕਿਉਂਕਿ ਉਹ ਕੰਧ ਜਿਹੜੀ ਸੀ ਉਹ ਬੜੀ ਉੱਚੀ ਸੀ, ਕਿਲੇ ਦੀਆਂ ਕੰਧਾਂ ਦੀਵਾਰਾਂ ਉੱਚੀਆਂ ਹੋਈਆਂ ਕਰਦੇ ਸਨ, ਤੇ ਇਸ ਕਰਕੇ ਉਹਨੂੰ ਟਪਾਉਣਾ ਹੈ ਕੋਈ ਛੋਟੀ ਤਾਂ ਗੱਲ ਹੈ ਨਹੀਂ। ਜਿਸ ਕੇ ਕਰ ਸਨਮੁਖ ਚਲ ਜਾਵਣ, ਤੇ ਇਸ ਕਰਕੇ ਕੋਈ ਛੋਟੀ ਜੀ ਗੱਲ ਸੀਗੀ ਨਹੀਂ, ਤਾਂ ਕਰਕੇ ਪਹਿਲਾਂ ਘੋੜੇ ਦੀਆਂ ਛਲਾਂਗਾਂ ਮਰਾਈਆਂ ਨੇ, ਉਹਦਾ ਸਰੀਰ ਗਰਮ ਕੀਤਾ। ਸਰੀਰ ਕਰਨ ਉਪਰੰਤ ਸਾਹਮਣੇ ਗਏ ਹਨ ਦੀਵਾਰ ਦੇ। ਇੱਕ ਹੱਥ ਚਾਬੁਕ ਕੋ ਮਾਰਾ, ਤੇ ਇੱਕ ਹੱਥ ਜਿਹੜਾ ਹੈ ਉਹ ਚਾਬਕ ਨੂੰ ਮਾਰਿਆ ਹੈ। ਇਸ ਤੁਰੰਗ ਤਨ ਓਜ ਤੇ ਸੰਭਾਰਾ, ਘੋੜਾ ਗੁੱਸੇ ਵਿੱਚ ਆ ਗਿਆ, ਬੀ ਰਸ ਵਿੱਚ ਆ ਗਿਆ, ਤੇ ਆਪਣੀ ਤਾਕਤ ਨੂੰ ਸੰਭਾਲਿਆ ਉਸਨੇ। ਜਿਸ ਕੇ ਫੂਲ ਛਰੀ ਨਹਿ ਕਵੀ ਜੀ ਲਾਈ, ਕਹਿੰਦੇ ਜਿਸ ਘੋੜੇ ਨੂੰ ਫੁੱਲ ਦੀ ਵੀ ਛਰੀ ਨਹੀਂ ਸੀ ਲਾਈ ਕਦੀ ਕਿਸੇ ਨੇ। 10ਵੇਂ ਪਾਤਸ਼ਾਹ ਮਹਾਰਾਜ ਦੀ ਕਥਾ ਚ ਆਉਂਦਾ ਭਾਈ ਦਾਨ ਸਿੰਘ ਨੇ ਘੋੜੇ ਨੂੰ ਸੋ ਚਾਬਕ ਸੁਹਾਈ ਸੀ, ਤੇ ਮਾਨ ਨੇ ਕਿਹਾ ਸੀ ਕੱਖ ਨਾ ਰਵੇ ਤੇਰਾ ਆਖੇ, ਤੇ ਬੇਨਤੀ ਕੀਤੀ ਮਹਾਰਾਜ ਇਹ ਕੀ ਬਚਨ ਆਖਿਆ। ਮਹਾਰਾਜ ਕਹਿਣ ਲੱਗੇ ਪਿਓ ਦੇ ਸਰਾਪ ਨਹੀਂ ਲੱਗਦਾ ਹੁੰਦਾ, ਮਾਂ ਕਿੰਨੀ ਵਾਰੀ ਮਰ ਜਾਣਾ ਕਹਿੰਦੀ ਹੈ, ਮਰ ਜਾਣਾ ਕਹਿ ਕੇ ਵੀ ਨਜ਼ਰ ਉਤਾਰਦੀ ਹੈ, ਪਰ ਜੇ ਕੋਈ ਘੋੜੇ ਨੂੰ ਮਾਰਦਾ ਸੀ ਨਾ ਮਹਾਰਾਜ ਇੰਨੇ ਨਾਰਾਜ਼ ਹੁੰਦੇ ਸਨ, ਇੰਨਾ ਮਹਾਰਾਜ ਘੋੜਿਆਂ ਨੂੰ ਪਿਆਰ ਕਰਦੇ ਸੀ। ਇਹ ਘੋੜਾ ਜਿਹਨੂੰ ਕਦੀ ਫੁੱਲ ਵੀ ਟੱਚ ਨਹੀਂ ਕੀਤਾਗਾ, ਗੁੱਸੇ ਵਿੱਚ ਆਣ ਕੇ ਉਹਨੂੰ ਚਮੜੇ ਦੀ ਜਿਹੜੀ ਚਾਬਕ ਹੈ ਉਹ ਜਦੋਂ ਖਿੱਚ ਕੇ ਮਾਰੀ ਹੈ, ਲਗਤ ਉਠਿਓ ਕਰ ਬਾਗ ਬਸ ਉਠਾਈ, ਫਿਰ ਲੱਗਦਿਆਂ ਸਾਰੀ ਉਹਨੇ ਛਲਾਂਗ ਮਾਰੀ ਹੈ। ਤੇ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਉਹ ਬਾਗ ਨੂੰ ਤਾਂ ਉਠਾਇਆ ਹੈ ਕਿ ਹੋਰ ਉੱਚਾ ਉੱਠਕੇ, ਇਦਾਂ ਨਹੀਂ ਗੱਲ ਬਣਨੀ, ਛਲਾਂਗ ਮਾਰ ਸ਼ੇਰਾ। ਇੱਕ ਦੋ ਛਾਲ ਕੰਧ ਲਗ ਕੀਨ, ਕਹਿੰਦੇ ਇੱਕ ਦੋ ਛਾਲਾਂ ਤੇ ਪਿੱਛੋਂ ਆਣ ਕੇ ਉਹਨੇ ਕੰਧ ਤੱਕ ਮਾਰੀਆਂ ਹਨ। ਰਿਸ਼ਤੇ ਉੱਚੀ ਕਛੂ ਨ ਚੀਨ, ਤੇ ਵੀਰਸ ਇੰਨਾ ਕਿ ਉਹ ਆਪਣੇ ਸਰੀਰ ਤੋਂ ਆਪਣੇ ਆਪੇ ਤੋਂ ਬਾਹਰ ਹੈ। ਚਾਰੋ ਚਰਨ ਉਚਾਏ ਉਚੇਰ, ਦੇਖਦਿਆਂ ਦੇਖਦਿਆਂ ਪਹਿਲਾਂ ਇੱਕ ਦੋ ਛਾਲਾਂ ਮਾਰੀਆਂ, ਹੁਣ ਤੀਜੀ ਛਾਲ ਆਪਣੇ ਚਾਰੇ ਕਦਮ ਜਿਹੜੇ ਨੇ ਉੱਪਰ ਨੂੰ ਉਠਾ ਲਏ ਹਨ। ਭਾਇਓ ਕੰਧ ਤੇ ਉੱਚ ਬਡੇਰੇ, ਕਵੀ ਜੀ ਕਹਿੰਦੇ ਉਹ ਘੋੜਾ ਇੰਨੇ ਵੀਰਸ ਵਿੱਚ ਆ ਗਿਆ, ਕੰਧ ਤਾਂ ਕੀ ਟੱਪਣੀ ਸੀ, ਕੰਧ ਤੋਂ ਵੀ ਉੱਚਾ ਟੱਪ ਗਿਆ ਹੈ। ਸਟਕਾਰੀ ਉਮਚੀ ਔਰ ਭਰਮਾਈ, ਛਾਲ ਮਾਰੀ, ਆਪਣੀ ਪੂਛ ਹਿਲਾ ਕੇ ਸ਼ਾਇਦ ਜਾਂਦਿਆਂ ਉਹਨਾਂ ਤੁਰਕੜਿਆਂ ਨੂੰ ਬਾਏ ਬਾਏ ਕਰਦਾ ਹੋਵੇ ਕਿ ਲੱਭਦੇ ਰਹੋ, ਹੁਣ ਭਾਲਦੇ ਰਹੋ ਅੱਗਾ ਪਿੱਛਾ। ਸਰ ਤਾਂ ਵਿਖੇ ਭਰਿਓ ਤਬ ਔਰ ਜਾਏ, ਕਹਿੰਦੇ ਦੇਖਦਿਆਂ ਦੇਖਦਿਆਂ ਉਹ ਘੋੜਾ ਜਿਹੜਾ ਸੀ ਉਹ ਦਰਿਆ ਵਿੱਚ ਜਾ ਕੇ ਉਹਨੇ ਛਲਾਂਗ ਮਾਰੀ ਆ, ਪਾਣੀ ਵਿੱਚ ਵਹਿ ਤੁਰਿਆ। ਉਹ ਤੋਂ ਗੰਭੀਰ ਨੀਰ ਤਿਸ ਤੇ ਥਾਨ, ਉਸ ਪਾਣੀ ਦੇ ਦਰਿਆ ਦੇ ਵਿੱਚ ਨਦੀ ਵਿੱਚ ਬਹੁਤ ਵੱਡਾ ਡੂੰਘਾ ਪਾਣੀ ਸੀਗਾ। ਪਿਗਿਓ ਇੱਕ ਬਾਰ ਬਲਵਾਨ, ਕਹਿੰਦੇ ਇੱਕ ਵਾਰੀ ਤੇ ਸਾਰਾ ਸਰੀਰ ਉਸ ਬਾਲਵਾਨ ਘੋੜੇ ਦਾ ਔਰ ਬਾਬਾ ਜੀ ਸਾਹਿਬ ਜੀ ਦਾ ਭਿੱਜ ਗਿਆ ਹੈ, ਇਸ਼ਨਾਨ ਹੋ ਗਿਆ। ਹਾਇ ਅਰੂਡ ਵੇ ਮਹਿਮਤ ਤੇ ਮਾਂ, ਬਾਬਾ ਜੀ ਘੋੜੇ ਤੇ ਸਵਾਰ ਹੋਣ ਵਿੱਚ ਬੜੇ ਸਿਆਣੇ ਸਨ, ਬਾਗ ਉਸਾਰ ਸੰਭਰਿਓ ਤਾਂ, ਬਿਲਕੁਲ ਘਬਰਾਏ ਨਹੀਂ, ਨਾ ਆਪ ਘਬਰਾਏ ਨਾ ਘੋੜਾ, ਬੜੇ ਆਰਾਮ ਦੇ ਨਾਲ ਉਹਦੀ ਬਾਂਗ ਉਠਾਈ ਹੈ। ਤੇ ਦੇਖਦਿਆਂ ਦੇਖਦਿਆਂ ਘੋੜਾ ਪਾਣੀ ਉੱਪਰ ਆ ਗਿਆ ਹੈ। ਜਾਨੋ ਲਗ ਜਲ ਕਰਕੇ ਤਰਿਓ, ਜਿਸ ਵੇਲੇ ਗੋਡਿਆਂ ਤੱਕ ਪਾਣੀ ਵਿੱਚ ਤੈਰਨ ਲੱਗ ਗਿਆ ਹੈ, ਕਿਉਂਕਿ ਦਰਿਆਈ ਘੋੜਾ ਸੀ। ਜਿਹੜੀ ਸੰਗਤ ਰੋਜ਼ ਕਥਾ ਸੁਣਦੀ ਪਟਨਾ ਸਾਹਿਬ ਦੀ, ਹਜ਼ੂਰੀ ਸੰਗਤ ਔਰ ਲੱਖਾਂ ਸਰੀਰ ਮੀਡੀਆ ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ, ਇਹ ਜਿਹੜਾ ਘੋੜਾ ਸੀ, ਦੋ ਘੋੜੇ ਸੀਗੇ। ਕਰੋੜੀ ਮੱਲ ਨਾਮ ਦੇ ਅਫਗਾਨੀ ਸਿੱਖ ਨੇ ਜਦੋਂ ਉਹ ਟਾਪੂ ਵਿੱਚ ਗਿਆ ਸੀਗਾ ਵਪਾਰ ਕਰਨ, ਤੇ ਉੱਥੋਂ ਦੋ ਦਰਿਆਈ ਵਿਸ਼ੇਰੇ ਲੈ ਕੇ ਇਹਨੇ ਪਾਲੇ ਸਨ। ਇਹ ਦਰਿਆਈ ਜਾਤੀ ਦੇ ਘੋੜੇ ਸਨ।
ਥਲ ਵਿੱਚ ਵੀ ਚੱਲਦੇ ਸਨ ਤੇ ਜਲ ਵਿੱਚ ਵੀ ਚੱਲਦੇ ਸਨ। ਭਇਓ ਪਾਰ ਬਲ ਤਨ ਸੰਭਾਰਿਓ। ਔਰ ਦੇਖਦਿਆਂ ਦੇਖਦਿਆਂ ਸਰੀਰ ਦਾ ਬਲ ਸੰਭਾਲਿਆ ਤੇ ਘੋੜਾ ਪਾਰ ਹੋ ਗਿਆ। ਜਬੋਂ ਛਾਰ ਵਾਰ ਮੈਂ ਮਾਰੇ। ਕਹਿੰਦੇ ਜਿਸ ਵੇਲੇ ਛਾਲ ਉਹਨੇ ਮਾਰੀ ਹੈ ਪਾਣੀ ਦੇ ਵਿੱਚ, ਉਛੜਿਓ ਬੜੇ ਬੀਗ ਤੇ ਬਾਰੀ। ਤੇ ਪਾਣੀ ਜਿਹੜਾ ਹੈ ਇੱਕ ਵਾਰ ਬਹੁਤ ਜ਼ੋਰ ਦੀ ਉਛਲਿਆ ਹੈ। ਸ਼ਬਦ ਬਿਲੰਦ ਹੋਇਓ ਤਬ ਐਸੇ। ਉਸ ਪ੍ਰਕਾਰ ਬਹੁਤ ਵੱਡਾ ਭਾਰੀ ਸ਼ਬਦ ਆਵਾਜ਼ ਆਈ ਹੈ। ਜਰ ਖਰ ਗਿਰੇ ਅਟਾਰੇ ਜੈਸੇ। ਜਿਵੇਂ ਮੰਨ ਲਓ ਕੋਈ ਅਟਾਰੀ ਜਿਹੜੀ ਹੈ ਉਹ ਮੰਨ ਲਓ ਪਾਣੀ ਵਿੱਚ ਡਿੱਗ ਗਈ ਹੋਵੇ। ਉਤੋ ਪਾਰੂ ਜਾਗਤ ਜੋਈ। ਤੇ ਜਿਹੜੇ ਪਹਿਰੇਦਾਰ ਜਾਗਦੇ ਸਨ, ਨਿਤ ਜਲ ਜੰਤੂ ਵਿਚਰੈ ਤੇ। ਉਹਨਾਂ ਨੇ ਸੋਚਿਆ ਵੀ ਨੇਤੀ ਕੋਈ ਜਲ ਜੰਤੂ ਹੋਵੇਗਾ। ਫਿਰ ਮੈਂ ਬਚਨ ਦੁਹਰਾ ਦਿਆਂ, ਬਾਬਾ ਜੀ ਸਾਹਿਬ ਜਾਂਦੇ ਸਨ ਘੋੜੇ ਵਾਸਤੇ ਘਾਹ ਖੋਦਣ, ਤੇ ਘਾਹ ਖੋਦਣ ਵੇਲੇ ਪੰਡ ਦੇ ਵਿੱਚ ਇੱਕ ਪੱਥਰ ਲੈ ਆਉਂਦੇ ਸਨ ਤੇ ਪੱਥਰ ਨੂੰ ਰੋਜ਼ ਪਾਣੀ ਵਿੱਚ ਸੁੱਟਦੇ ਸਨ। 2-3 ਦਿਨ ਤੇ ਪਹਿਰੇਦਾਰਾਂ ਨੇ ਬੜਾ ਨੋਟਿਸ ਲਿਆ ਵੀ ਪਾਣੀ ਵਿੱਚ ਕੋਈ ਦੁਸ਼ਮਣ ਤਾਂ ਨਹੀਂ ਚੜ੍ਹ ਗਿਆ ਜਾਂ ਕੋਈ ਹੱਲਾ ਗੁੱਲਾ ਨਹੀਂ ਹੋ ਗਿਆ ਜਾਂ ਇਸ ਤਰ੍ਹਾਂ। ਫਿਰ ਜਦੋਂ ਪਾਣੀ 'ਚ ਕੁਝ ਦੇਖਿਆ ਨਾ, ਪੱਥਰ ਤਾਂ ਡਿੱਗ ਗਿਆ। ਫਿਰ ਅਵੇਸਲੇ ਹੋਣੇ ਸ਼ੁਰੂ ਹੋ ਗਏ ਵੀ ਸ਼ਾਇਦ ਕੋਈ ਜਲ ਜੰਤੂ ਹੋਵੇਗਾ, ਕਿਸੇ ਮੱਛੀ ਨੇ ਛਾਲ ਮਾਰੀ ਹੋਵੇਗੀ, ਕੋਈ ਹੋਵੇਗਾ ਜੀਵ ਜੰਤੂ ਸ਼ਿਕਾਰ ਕੀਤਾ ਹੋਵੇਗਾ ਕਿਸੇ ਨੇ। ਇਸ ਪ੍ਰਕਾਰ ਉਹ ਸਾਰਾ ਹੀ ਪਲਾਨ ਸੀਗਾ ਆਪ ਜੀ ਦਾ। ਸੁਣ ਕੇ ਨਾਦ ਤੂਸਨੀ ਰਹੇ। ਉਹ ਬਚਨ ਸੁਣ ਕੇ ਚੁੱਪ ਰਹੇ ਹਨ ਕਿ ਕੋਈ ਹੋਵੇਗਾ ਜਲ ਜੰਤੂ। ਕਛ ਨ ਲਹੈ ਨ ਬਚ ਮੁਖ ਕਹੇ। ਕੁਛ ਉਹਨਾਂ ਨੇ ਜਾਣਿਆ ਨਹੀਂ ਔਰ ਚੁੱਪ ਰਹੇ ਹਨ। ਵਿਧੀ ਚੰਦ ਬੜ ਸੁਮਤ ਪ੍ਰਵੀਨਾ। ਬਾਬਾ ਵਿਧੀ ਚੰਦ ਜੀ ਸਾਹਿਬ ਜੋ ਬਹੁਤ ਸਿਆਣੇ ਸਨ, ਤਦ ਥਿਰ ਤਰੰਗ ਦਿਲਾਸੋ ਦੀਨਾ। ਉਸ ਵੇਲੇ ਫਿਰ ਉਹਨਾਂ ਨੇ ਪਾਣੀ ਨੂੰ ਛੱਡਿਆ ਤੇ ਘੋੜੇ ਨੂੰ ਦਿਲਾਸਾ ਦਿੱਤਾ ਹੈ ਬਾਹਰ ਨਿਕਲ ਕੇ। ਗਰੀਬਾ ਪਰ ਧਰ ਧਰ ਕਰ ਹਾਥ। ਔਰ ਧੌਣ ਦੇ ਉੱਪਰ ਹੱਥ ਫੇਰਦੇ ਥਾਪੜੇ ਸ਼ਾਬਾਸ਼ ਦਿੰਦੇ ਘੋੜੇ ਨੂੰ। ਉਤ ਤੇਜ ਕਰ ਧੀਰ ਸਾਥ। ਔਰ ਘੋੜਾ ਬੜਾ ਤੇਜ਼ ਸੀ, ਉਹਨੂੰ ਧੀਰਜ ਦਿੱਤਾ। ਇੱਕਦਮ ਵੀ ਹੌਲੀ ਨਹੀਂ ਕੀਤਾ, ਨਾ ਘੋੜੇ ਨੂੰ ਇੱਕਦਮ ਤੇਜ਼ ਕਰੀਦਾ ਨਾ ਹੌਲੀ ਕਰੀਦਾ। ਨਿਤ ਦਿਨ ਮੈਂ ਪਿਕ ਘਾਤ ਵਿਚਾਰਤ। ਦਿਨ ਰਾਤ ਉਹ ਘਾਤ ਦਾ ਵਿਚਾਰਦੇ ਸਨ। ਕੰਧ ਨਦੀ ਪਿਗ ਪੰਥ ਨਿਹਾਰਤ। ਔਰ ਨਦੀ ਦੀ ਕਿਲੇ ਦੀ ਕੰਧ ਉੱਪਰ ਚੜ੍ਹ ਕੇ ਤੇ ਰਾਹ ਵੀ ਦੇਖਦੇ ਰਹਿੰਦੇ ਸਨ ਕਿ ਕਿਵੇਂ ਰਾਹ ਦੇਖਣਾ, ਕਿਵੇਂ ਅੰਮ੍ਰਿਤਸਰ ਮਾਲਵੇ ਵੱਲ ਨੂੰ ਭਾਵ ਅੰਮ੍ਰਿਤਸਰ ਵੱਲ ਨੂੰ ਜਾਣਾ ਹੈ। ਸੋ ਸਭ ਕਰ ਨਿਰਣੈ ਮਗ ਚਾਲ। ਇਸ ਤਰ੍ਹਾਂ ਉਹ ਸਾਰਾ ਮਾਰਗ ਦਾ ਰਸਤੇ ਦਾ ਨਿਰਣਾ ਕਰ ਲਿਆ ਹੈ ਜੋ ਨਿਸ਼ਾਨੀ ਰੱਖੀ ਸੀ, ਤੇ ਨਿਸ਼ਾਨੀ ਦੇ ਹਿਸਾਬ ਦੇ ਨਾਲ ਅੱਗੇ ਨੂੰ ਚੱਲ ਪਏ ਹਨ। ਗੁਰ ਸਨ ਮੁਖ ਕਰ ਤਿਸ ਕਾਲ। ਸਤਿਗੁਰੂ ਜੀ ਮਹਾਰਾਜ ਵੱਲ ਮੁਖ ਕੀਤਾ ਹੈ, ਮਨ ਵੀ ਕੀਤਾ ਹੈ। ਅਧਿਕ ਆਨੰਦਤ ਸੁਮਤ ਬਿਲੰਦ। ਬਹੁਤ ਜ਼ਿਆਦਾ ਖੁਸ਼ ਨੇ ਕਿ ਸਤਿਗੁਰਾਂ ਦੇ ਕੰਮ ਆਇਆ ਮੇਰਾ ਸਰੀਰ। ਚਲੇ ਤੁਰੰਗ ਪਵਨ ਮਾਨਿੰਦ। ਇਸ ਪ੍ਰਕਾਰ ਬਹੁਤ ਜ਼ਿਆਦਾ ਉਹ ਘੋੜਾ ਤੇਜ਼ ਚੱਲਦਾ। ਕਵੀ ਜੀ ਕਹਿੰਦੇ ਮੰਨ ਲਓ ਹਵਾ ਨੂੰ ਕਹਿੰਦਾ ਹੋਵੇ ਕਿ ਪਰੇ ਹੋ, ਮੈਂ ਅੱਗੇ ਜਾਣਾ ਹੈ। ਸਤਿਗੁਰ ਸ਼ਬਦ ਬਤਨ ਤੇ ਗਾਵੇ। ਸਿੱਖ ਜਾਂਦਾ ਕੀ ਕਰਦਾ, ਜਿਵੇਂ ਅਸੀਂ ਸਫ਼ਰ ਕਰਦੇ ਹਾਂ, ਕਈ ਤਾਂ ਰੇਲਾਂ ਵਿੱਚ ਵੀ ਤਾਸ਼ਾਂ ਲੈ ਕੇ ਆਉਂਦੇ ਨੇ। ਮਾੜੀ ਗੱਲ ਹੈ ਭਾਈ, ਇੱਥੇ ਕਮਰਿਆਂ ਵਿੱਚ ਵੀ ਕਈ ਗੱਲਾਂ ਮਾਰਦੇ ਤੇ ਤਾਸ਼ਾਂ ਖੇਡਦੇ ਤੱਕੇ ਜਾਂਦੇ ਨੇ। ਆਉਂਦੇ ਯਾਤਰੂ ਨੇ, ਬਹੁਤ ਬੁਰੀ ਗੱਲ ਹੈ। ਇਸ ਤੋਂ ਵੱਡਾ ਕੀ ਪਾਪ ਹੋ ਸਕਦਾ ਭਲਾ। ਇੱਕ ਵਾਰੀ ਟ੍ਰੇਨ ਵਿੱਚ ਸਫ਼ਰ ਕਰਦੇ ਹਾਂ, ਯਾਤਰੂ ਵੇਖੇ ਸਨ ਤੇ ਫਿਰ ਦਾਸ ਨੇ ਕੁਝ ਕਰੜੇ ਬਚਨ ਵੀ ਉਹਨਾਂ ਦੇ ਤਾਈਂ ਕਹੇ ਸਨ। ਗੁਰੂ ਕਾ ਸਿੱਖ ਸਫ਼ਰ ਕਰਦਾ ਹੈ ਤੇ ਕਰਦਾ ਕੀ ਹੈ, ਸਤਿਗੁਰ ਸ਼ਬਦ ਬਦਨ ਤੇ ਗਾਵੇ। ਗੁਰੂ ਕੇ ਸ਼ਬਦ ਆਪਣੇ ਮਾਰਗ ਚਲਤ ਹਰੇ ਹਰ ਗਾਈਐ। ਭਾ ਪਰਮੇਦ ਸੋਇ ਹਿਰਦੇ ਨ ਤੇ ਮਾਵੇ। ਹਿਰਦੇ ਵਿੱਚ ਇੰਨਾ ਖੁਸ਼ ਹੈ ਕਿ ਉਹ ਖੁਸ਼ੀ ਜਿਹੜੀ ਅੰਗ ਨਹੀਂ ਮਾਉਂਦੀ ਹੈ। ਸ੍ਰੀ ਮੁਖ ਵਾਕ ਗੁਰ ਮੇਰਾ ਸੰਗ ਸਦਾ ਹੈ ਨਾਲੇ। ਸ਼ਬਦ ਕਿਹੜਾ ਪੜ੍ਹਦੇ ਨੇ? ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਸਾ ਰਾਗ ਦਾ ਸ਼ਬਦ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਜੀ ਹਾਂ ਭਾਈ, ਗੁਰੂ ਸਦਾ ਮੇਰੇ ਨਾਲ ਹੈ। ਜੀ ਹਾਂ, ਸਦਾ ਮੇਰੇ ਨਾਲ ਹੈ। ਸਿਮਰ ਸਿਮਰਤ ਸਦਾ ਉਸ ਸੰਭਾਲੇ। ਗੁਰੂ ਨੂੰ ਮੁਖ ਤੋਂ ਸਿਮਰਦਾ, ਹਿਰਦੇ ਵਿੱਚ ਸੰਭਾਲਦਾ ਹਾਂ। ਇਸ ਤਰ੍ਹਾਂ ਆਪ ਜੀ ਘੋੜਾ ਲੈ ਕੇ ਆ ਗਏ ਨੇ। ਇੱਥੋਂ ਅੱਗੇ ਜੰਗ ਯੁੱਧ ਵੀ ਛਿੜਨਾ ਹੈ। ਇਹ ਗੱਲ ਸਿਰਫ ਘੋੜੇ ਜਾਂ ਬਾਜ ਦੀ ਨਹੀਂ, ਇਹ ਅਣਖਾਂ ਦੀ ਗੱਲ ਹੈ। ਜਿੱਥੇ ਅਣਖ ਅੜ ਗਈ ਉੱਥੇ ਅੜ ਗਈ। ਇਸ ਪ੍ਰਕਾਰ ਸਮਾਂ ਪੂਰਾ ਹੋ ਗਿਆ, ਪ੍ਰਕਰਨ ਵੀ ਪੂਰਾ ਹੋਇਆ। ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ। ਬੇਅੰਤ ਗੁਰੂ ਕੇ ਗੁਰਸਿੱਖ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚੋਂ ਹਾਜ਼ਰੀਆਂ ਭਰ ਰਹੇ ਨੇ। ਗੁਰੂ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਘਰੇ ਆਏ ਹੋਏ ਸਭ ਗੁਰਸਿੱਖ ਮਾਈ ਭਾਈ ਨੂੰ ਜਿਉਂ ਆਇਆ ਭਾਈ। ਅੰਮ੍ਰਿਤ ਵੇਲੇ ਹਾਜ਼ਰੀਆਂ ਭਰੋ, ਬਾਣੀ ਪੜੋ, ਹੱਥੀਂ ਸੇਵਾ ਕਰੋ। ਆਪਣਾ ਦਸਵੰਧ ਗੁਰੂ ਕੀ ਗੋਲਕ ਵਿੱਚ ਪਾ ਕੇ ਜਾਂ ਰਸੀਦ ਕਟਾ ਕੇ ਜ਼ਰੂਰ ਮਹਾਰਾਜ ਦੇ ਖੁਸ਼ੇ ਪ੍ਰਾਪਤ ਕਰੋ। ਸੋ ਇਸੇ ਪ੍ਰਕਾਰ ਵਿਸ਼ੇਸ਼ ਗੁਰੂ ਘਰ ਦੇ ਮਹਿਮਾਨ, ਗੁਰੂ ਘਰ ਦੇ ਪਿਆਰੇ, ਲਿਖਤ ਰੂਪ ਦੇ ਵਿੱਚ ਆਇਆ ਸਰਦਾਰ ਦਮਨਪਾਲ ਸਿੰਘ ਜੀ ਮਜੀਠੀਆ ਸਮੁੱਚੇ ਪਰਿਵਾਰ ਦੇ ਸਮੇਤ ਹਾਜ਼ਰੀਆਂ ਭਰਦੇ ਨੇ। ਸਤਿਗੁਰੂ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਆਪਣੀ ਕੌਮ ਦੇ ਆਗੂਆਂ, ਰਹਿਬਰਾਂ ਨੂੰ, ਲੀਡਰਾਂ ਨੂੰ ਆਪਣੇ ਕੌਮ ਦੀ ਕੌਮ ਪ੍ਰਸਤੀ ਦੇਣ, ਪੰਥ ਦੀ ਪੰਥ ਪ੍ਰਸਤੀ ਦੇਣ, ਪੰਜਾਬ ਪ੍ਰਸਤੀ ਦੇਣ। ਪੰਥ ਦਾ ਭਲਾ ਹੋਵੇ, ਪੰਜਾਬ ਦਾ ਭਲਾ ਹੋਵੇ, ਗਰੀਬ ਨਵਾਜ ਪੰਥ ਦੀ ਬੋੜੀ ਕਰਨ। ਲੇਖਾ ਗਣਤ ਨਾ ਛੁੱਟੀ ਹੈ, ਕਾਚੀ ਪੀਤ ਨਾ ਸੁੱਧ।
ਜਿਸੇ ਬਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਆਦਿਕ ਆਨੰਦਤ ਸਮਤ ਬਿਲੰਦ ਚਲਹਿ ਤੁਰੰਗ ਪੌਨ ਮਾਨਿੰਦ। ਸਤਿਗੁਰ ਸ਼ਬਦ ਬਦਨ ਤੇ ਗਾਵੈ ਪਾਪ ਪ੍ਰਮੋਦ ਸੋ ਹਿਰਦੇ ਨਾਮ ਆਵੈ। ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।